आए नो हाथ जोड़ के ते शीस निभा के बंदना गोपाल राय नो हाथ जोड़ के ते शीस निभा के बंदना गोपाल राय नो हाथ जोड़ के ते शीस निभा के बंदना गोपाल राय नो हाथ जोड़ के ते शीस निभा के बंदना गोपाल राय नो हाथ जोड़ के ते शीस निभा के बंदना गोपाल राय नो हाथ जोड़ के ते शीस ये शीस निभा के बंदना गोपाल राय नु हाथ जोड़ के ते शीस निभा के बंदना गोपाल राय नु हाथ जोड़ के ते शीस निभा के बंदना गोपाल राय नो हाथ जोड़ के ते शीस निभा के बंदना गोपाल राय हाथ जोड़ के ते शीस निभा के बंदना गोपाल राय हाथ जोड़ के ते शीस निभा के बंदना गोपाल राय बंदना जी गोपाल राय नो बंदना गोपाल राय नो बंदना जी 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 गोपाल राय हाँ बंदना जी गोपाल राय नो मेरी बंदना जी गोपाल राय नो ओ बंदना जी गोपाल राय नो 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 हाथ जोड़ के ते शीस जी शीस निभा के बंदना गोपाल राय नो हाथ जोड़ के ते शीस निभा के बंदना गोपाल राय नो हाथ जोड़ के ते शीस निभा के बंदना गोपाल राय नो हाथ जोड़ के ते शीस निभा के बंदना गोपाल राय नो हाथ जोड़ के ते शीस निभा के बंदना गोपाल राय नो हाथ जोड़ के ते शीस निभा के बंदना गोपाल राय बंदना हर बंदना गुण गावो गोपाल राय रहाओ चरण कमल जाका मन रापै सोग अगन तिस जन ना व्यापै सागर तरिया साधु संगे
ਨਿਰਭਉ ਨਾਮ ਜਪੋ ਹਰ ਰੰਗੇ। ਪਾਰ ਧਨ ਦੋਖ ਕਿਛ ਪਾਪ ਨ ਫੇੜੇ। ਜਮ ਜੰਦਾਰ ਨ ਆਵੈ ਨੇੜੇ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ। ਨਾਨਕ ਉਧਰੇ ਪ੍ਰਭ ਸ਼ਰਨਾਈ। ਦੀਨ ਦੁਨੀਆ ਦੇ ਮਾਲਕ, ਆਨੰਦ ਦੇ ਸਾਗਰ, ਸੁੱਖਾਂ ਦੇ ਦਾਤੇ, ਦਸਾਂ ਗੁਰੂ ਸਾਹਿਬਾਨਾਂ ਦੀ ਜਾਗਤ ਜੋਤ ਸ਼ਬਦ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦਾ ਆਨੰਦ ਅਤੇ ਨਿੱਘ ਮਾਣਦੇ ਹੋਏ ਪਰਮ ਸਤਿਕਾਰਯੋਗ ਗੁਰਮੁਖ ਪਿਆਰੇ ਸਤਸੰਗੀ ਜਨੋ, ਸਭ ਤੋਂ ਪਹਿਲਾਂ ਚਿੱਤ ਦੇ ਟਿਕਾਅ ਵਾਸਤੇ, ਰਸਨਾ ਦੀ ਪਵਿੱਤਰਤਾ ਵਾਸਤੇ ਸਤਿਗੁਰਾਂ ਦੇ ਪਿਆਰ ਸਤਿਕਾਰ ਨੂੰ ਮੁੱਖ ਰੱਖ ਕੇ ਸਰਬੱਤ ਸੰਗਤ ਮਾਈ ਭਾਈ ਸ਼ਰਧਾ ਭਾਵਨਾ ਪ੍ਰੇਮ ਤੇ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਕੋਈ ਮਨੁੱਖ ਯਤਨ ਕਰਦਾ ਹੈ, ਹਰ ਇੱਕ ਦੇ ਅੰਦਰ ਦੀ ਸੋਚ ਹੈ ਜਿਹੜਾ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਮਾਈ ਭਾਈ ਹੈ, ਉਹਦੀ ਭਾਵਨਾ ਹੁੰਦੀ ਹੈ ਮੈਂ ਵੀ ਸਤਿਗੁਰਾਂ ਦੇ ਪਾਵਨ ਸਰੂਪਾਂ ਨੂੰ ਆਪਣੇ ਘਰ ਲੈ ਕੇ ਜਾਵਾਂ, ਆਪਣੇ ਘਰ ਅੰਮ੍ਰਿਤ ਬਾਣੀ ਦਾ ਪ੍ਰਵਾਹ ਚੱਲੇ। ਕਈ ਵਾਰ ਸੋਚਦਿਆਂ ਬਹੁਤ ਸਮਾਂ ਲੰਘ ਜਾਂਦਾ, ਸਬੱਬ ਨਹੀਂ ਬਣਦਾ। ਇਹ ਤਾਂ ਸਬੱਬ ਉਦੋਂ ਬਣਦਾ ਜਦੋਂ ਸਤਿਗੁਰੂ ਜੀ ਤਰੁੱਠਦੇ ਨੇ ਆਪਣੇ ਸਿੱਖ ਦੇ ਉੱਪਰ। ਪਾਤਸ਼ਾਹ ਜੀ ਜਦੋਂ ਆਪਣੇ ਸੇਵਕ ਦੇ ਗ੍ਰਹਿ, ਸੇਵਕ ਦੇ ਘਰ ਵਿਖੇ ਆ ਕੇ ਪਾਵਨ ਚਰਨ ਜਦੋਂ ਪਰਸਦੇ ਹਾਂ ਆਪਾਂ ਪਾਤਸ਼ਾਹ ਦੇ, ਅੰਮ੍ਰਿਤ ਬਾਣੀ ਗ੍ਰੰਥੀ ਸਾਹਿਬਾਨ ਉਚਾਰਨ ਕਰਦੇ ਨੇ, ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਕੰਨਾਂ ਦੁਆਰਾ ਗੁਰਬਾਣੀ ਨੂੰ ਸੁਣਿਆ ਜਾਂਦਾ, ਰਸਨਾ ਦੁਆਰਾ ਗਾਇਆ ਜਾਂਦਾ ਹੈ। ਫਿਰ ਮਨੁੱਖ ਦਾ, ਜੀਵ ਦਾ, ਬਨਸਪਤੀ ਦਾ, ਪਸ਼ੂ ਦਾ, ਪੰਛੀ ਦਾ, ਸਭ ਦਾ ਉਧਾਰ ਹੁੰਦਾ ਹੈ। ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ। ਗਾਵਤੇ ਉਧਰ ਹੈ ਸੁਣਤੇ ਉਧਰ ਹੈ ਬਿਨਸਹਿ ਪਾਪ ਕਨੇਰੇ। ਪਸ਼ੂ ਪ੍ਰੇਤ ਮੁਗਧ ਕਉ ਤਾਰੇ ਪਾਹਨ ਪਾਰ ਉਤਾਰੈ। ਨਾਨਕ ਦਾਸ ਤੇਰੀ ਸ਼ਰਣਾਈ ਸਦਾ ਸਦਾ ਬਲਹਾਰੈ। ਸਤਿਗੁਰ ਜੀ ਆਪਣੇ ਸੇਵਕਾਂ ਨੂੰ ਫਿਰ ਖੁਸ਼ੀਆਂ ਬਖਸ਼ਦੇ ਨੇ, ਕਿਉਂਕਿ ਇੱਕ ਨਿਰੰਕਾਰ ਦਾ ਸੁਭਾਅ ਹੈ ਪਰਮੇਸ਼ਰ ਦਾ, ਇੱਕ ਦੁਨੀਆ ਦਾ ਸੁਭਾਅ ਹੈ। ਦੁਨੀਆ ਦਾ ਜਿਹੜਾ ਸੁਭਾਅ ਇਹਦੇ ਵਿੱਚੋਂ ਜ਼ਿਆਦਾਤਰ ਦੁੱਖ, ਬੇਚੈਨੀ ਅਤੇ ਇਹਦੇ ਵਿੱਚੋਂ ਕਿਤੇ ਧੋਖਾ ਧੜੀਆਂ, ਕਿਤੇ ਕੁਛ ਇਹ ਚੀਜ਼ਾਂ ਜਨਮ ਜ਼ਿਆਦਾ ਲੈਂਦੀਆਂ ਨੇ। ਜਿਹੜਾ ਨਿਰੰਕਾਰ ਪਰਮੇਸ਼ਰ ਦਾ ਸੁਭਾਅ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਇੱਥੇ ਆਨੰਦ ਹੈ, ਇੱਥੇ ਸੱਚਾ ਆਨੰਦ ਹੈ, ਸੱਚਾ ਸੁੱਖ ਹੈ, ਸੱਚੀ ਸ਼ੋਭਾ ਹੈ, ਕਿਉਂਕਿ ਇਹ ਮਾਰਗ ਸੱਚ ਦਾ ਹੈ। ਜਿਹੜੇ ਦੁਨਿਆਵੀ ਮਾਰਗ ਨੇ ਇਹਦੇ 'ਤੇ ਬੰਦਾ ਕਈ ਵਾਰੀ ਆਪਣਾ ਰਸਤਾ ਭਟਕ ਜਾਂਦਾ, ਜਿਹਨੂੰ ਆਪਾਂ ਕਹਿੰਦੇ ਕੁਰਾਹੇ ਪੈ ਗਿਆ। ਕੁਰਾਹੇ ਪੈ ਕੇ ਫਿਰ ਬੰਦਾ ਸੱਚ ਦਾ ਝੂਠ ਬਣਾਉਣ ਲੱਗ ਜਾਂਦਾ, ਝੂਠ ਦਾ ਸੱਚ ਬਣਾਉਣ ਲੱਗ ਜਾਂਦਾ। ਭਾਵ ਇਹਦਾ ਜਿਹੜਾ ਵੇਖਣ ਨੂੰ ਮਨੁੱਖ ਰਹਿ ਜਾਂਦਾ ਹੈ। ਪਰ ਪਾਤਸ਼ਾਹ ਨੇ ਫਿਰ ਗੁਰਬਾਣੀ ਵਿੱਚ ਲਿਖ ਦਿੱਤਾ, ਕਹਿੰਦੇ ਜਦੋਂ ਇਹ ਟੁੱਟ ਜਾਵੇ ਨਾ ਗੁਰਬਾਣੀ ਨਾਲੋਂ, ਫਿਰ ਇਹਦੇ ਕੱਪੜੇ ਹੁੰਦੇ ਨੇ ਇਕੱਲੇ ਚਿੱਟੇ, ਜਾਂ ਮਹਿੰਗੇ ਸੂਟ ਸਿਉਨਾ ਪਾ ਲਿਆ, ਮਹਿੰਗੀਆਂ ਗੱਡੀਆਂ 'ਤੇ ਚੜ੍ਹ ਗਿਆ, ਅਤੇ ਉੱਥੇ ਫਿਰ ਮਹਾਰਾਜ ਜੀ ਕਹਿੰਦੇ ਕਰਤੂਤ ਇਹਦੀ ਹੈ ਨਾ ਜਿਹੜੀ ਉਹ ਬਦਲ ਜਾਂਦੀ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਵੇਖਣ ਨੂੰ ਮਨੁੱਖ ਲੱਗਦਾ ਹੁੰਦਾ, ਗੁਰੂ ਨਾਲੋਂ ਟੁੱਟ ਕੇ ਅਸਲੀ ਮਾਇਨਿਆਂ ਵਿੱਚ ਮਨੁੱਖ ਨਹੀਂ ਰਹਿ ਜਾਂਦਾ। ਪਾਤਸ਼ਾਹ ਜੀ ਕਹਿੰਦੇ ਫਿਰ ਇਹਦਾ ਕੀ ਬਣ ਜਾਂਦਾ। ਕੱਲੀ ਗੱਲ ਮਹਾਰਾਜ ਨੇ ਗੁਰਬਾਣੀ ਵਿੱਚ ਲਿਖੀ ਹੋਈ ਹੈ, ਇਉਂ ਖੋਲ ਕੇ ਲਿਖਿਆ ਹੋਇਆ ਸਤਿਗੁਰਾਂ ਨੇ। ਕਹਿੰਦੇ ਫਿਰ ਇਹ ਜਿਹਦਾ ਕੋਈ ਦੀਨ ਨਹੀਂ ਹੁੰਦਾ ਨਾ ਦੁਨੀਆ 'ਤੇ, ਦੀਨ ਧਰਮ ਨੂੰ ਕਹਿੰਦੇ ਨੇ, ਕਹਿੰਦੇ ਇਹਦੀ ਜ਼ਿੰਦਗੀ ਵਿੱਚੋਂ ਧਰਮ ਨਿਕਲ ਜਾਂਦਾ ਹੈ। ਭਾਵ ਇਹ ਧਰਮੀ ਬਣਨਾ, ਧਰਮ ਦੇ ਰਸਤੇ 'ਤੇ ਚੱਲਣਾ, ਧਰਮ ਦੀ ਗੱਲ ਨੂੰ ਮੰਨਣਾ, ਉਹ ਤੋਂ ਇਹ ਮੁੱਕਰਨ ਲੱਗ ਜਾਂਦਾ ਵੀ ਸ਼ਾਇਦ ਇਹ ਮੇਰੇ ਕਰਨ ਦਾ ਕੰਮ ਹੈ ਨਹੀਂ, ਮੇਰਾ ਤਾਂ ਇਹ ਕੰਮ ਹੀ ਨਹੀਂ ਹੈ। ਫਿਰ ਕਹਿੰਦੇ ਮਹਾਰਾਜ ਫਿਰ ਉਹ ਤੋਂ ਬਾਅਦ ਕੀ ਕਰਦਾ ਬੰਦਾ। ਮਹਾਰਾਜ ਜੀ ਕਹਿੰਦੇ ਬੇਦੀਨ ਹੋ ਕੇ ਸ਼ੈਤਾਨਾਂ ਦੀ ਸੰਗਤ ਕਰਨ ਲੱਗ ਜਾਂਦਾ ਹੈ। ਬੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਣ, ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸ਼ੈਤਾਨ। ਫਿਰ ਸ਼ੈਤਾਨ ਮਨ ਜਿਹੜਾ ਇਹਦੇ 'ਤੇ ਭਾਰੂ ਹੋ ਜਾਂਦਾ, ਮਨ ਇਹਨੂੰ ਲਗਾਮ ਪਾ ਲੈਂਦਾ। ਜੇ ਮਨ ਕਹਿੰਦਾ ਵੀ ਚੱਲ ਠੇਕੇ ਨੂੰ, ਬੱਕਰੀ ਬਣ ਕੇ ਅੱਗੇ ਲੱਗ ਜਾਂਦਾ, ਸਾਰੀ ਜ਼ਿੰਦਗੀ ਠੇਕੇ ਨਾਲ ਪ੍ਰੀਤ ਨਿਭਾ ਦਿੰਦਾ, ਦੀਨ ਦੁਨੀਆ ਦੇ ਮਾਲਕ ਨੂੰ ਭੁੱਲ ਜਾਂਦਾ, ਫਿਰ ਬੇਦੀਨ ਬਣ ਜਾਂਦਾ। ਸ਼ੈਤਾਨ ਤੋਂ ਬਾਅਦ ਅਗਲੀ ਸਟੇਜ ਆਉਂਦੀ ਹੈ ਹੈਵਾਨ। ਫਿਰ ਇਹੀ ਮਨੁੱਖ ਹੈਵਾਨ ਬਣ ਜਾਂਦਾ। ਆਪਾਂ ਦੂਸਰੀ ਸਾਈਡ ਵਿਚਾਰਦੇ ਹਾਂ, ਸੱਚੇ ਪਾਤਸ਼ਾਹ
ਜਦੋਂ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜ ਜਾਂਦਾ ਉਦੋਂ ਇਹਦਾ ਜੀਵਨ ਕੈਸਾ ਬਣ ਜਾਂਦਾ, ਉਦੋਂ ਇਹਦੇ ਜੀਵਨ ਵਿੱਚ ਕੋਈ ਚੇਂਜ ਆਉਂਦਾ ਹੈ। ਹਾਂ, ਮਹਾਰਾਜ ਜੀ ਕਹਿੰਦੇ ਪੱਕਾ ਆਉਂਦਾ ਹੈ। ਇਤਿਹਾਸ ਪੜ੍ਹ ਲਓ, ਗੁਰਬਾਣੀ ਪੜ੍ਹ ਲਓ। ਅਤੇ ਉਹ ਕਿਵੇਂ ਮਹਾਰਾਜ ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਹੜੇ ਵਾਹਿਗੁਰੂ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਕੋਲ ਬੈਠਣਾ ਸ਼ੁਰੂ ਕਰਦੇ। ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ। ਜਿਹੜੇ ਵਾਹਿਗੁਰੂ ਵਾਹਿਗੁਰੂ ਜਪਣ ਵਾਲੇ ਨੇ, ਗੁਰਬਾਣੀ ਨੂੰ ਗਾਉਣ ਵਾਲੇ ਨੇ, ਉਹਨਾਂ ਕੋਲ ਬੈਠ, ਬੋਲਣ ਦੀ ਲੋੜ ਨਹੀਂ, ਵੇਖਦਿਆਂ ਸਾਰੀ ਵਾਹਿਗੁਰੂ ਚੇਤੇ ਆ ਜਾਊ। ਇਹ ਤਾਂ ਕੁਦਰਤੀ ਨੇਚਰ ਹੀ ਹੈ ਨਾ, ਇਹ ਤਾਂ ਨੇਚਰ ਹੈ ਗੁਰਮੁਖੋ। ਜਿਹੋ ਜਿਹੇ ਮਨੁੱਖ ਕੋਲ ਆਪਾਂ ਬੈਠਾਂਗੇ ਉਹਦੇ ਖਿਆਲਾਂ ਦਾ ਸਾਡੇ 'ਤੇ ਅਸਰ ਹੁੰਦਾ ਹੈ, ਉਹਦੇ ਖਿਆਲਾਂ ਦਾ ਸਾਡੇ 'ਤੇ ਪ੍ਰਭਾਵ ਹੁੰਦਾ ਹੈ। ਅਤੇ ਫਿਰ ਜਦੋਂ ਬੈਠਾਂਗੇ ਨਾ ਗੁਰਮੁਖਾਂ ਦੇ ਕੋਲ, ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਮਨ ਕੀ ਕੱਟੀ ਹੈ ਮੈਲ। ਫਿਰ ਇਹਦੇ ਮਨ ਦੀ ਮੈਲ ਕੱਟਣੀ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ ਖਨਲੀ ਧੋਤੀ ਉਜਲੀ ਨਾ ਹੋ ਬਈ, ਜੇ ਸੋ ਧੋਵਣ ਪਾਹੋ। ਜਦੋਂ ਮੈਲ ਉਤਰਦੀ ਹੈ ਨਾ, ਫਿਰ ਇਹ ਇਉਂ ਕਹਿੰਦਾ ਆਪਾਂ ਹੁਣੀ ਬਾਣੀ ਸਰਵਣ ਕੀਤੀ ਆ ਬਾਬਾ ਜੀ ਹੁਣਾਂ ਪਾਸੋਂ। ਮੈਂ ਉੱਡ ਕੇ ਗੁਰਾਂ ਨੂੰ ਮਿਲ ਲਾਂ, ਜੇ ਖੰਭ ਬੇਕਦੇ ਹੋਣ ਬਜ਼ਾਰੀ। ਉੱਡ ਕੇ ਗੁਰਾਂ ਨੂੰ ਮਿਲ ਲਾਂ, ਖੰਭ ਬੇਕਦੇ ਹੋਣ ਬਜ਼ਾਰੀ। ਉੱਡ ਕੇ ਗੁਰਾਂ ਨੂੰ ਮਿਲ ਲਾਂ, ਜੇ ਖੰਭ ਬੇਕਦੇ ਹੋਣ ਬਜ਼ਾਰੀ। ਉੱਡ ਕੇ ਗੁਰਾਂ ਨੂੰ ਮਿਲ ਲਾਂ, ਜੇ ਖੰਭ ਬੇਕਦੇ ਹੋਣ ਬਜ਼ਾਰੀ। ਉੱਡ ਕੇ ਗੁਰਾਂ ਨੂੰ ਮਿਲ ਲਾਂ, ਜੇ ਖੰਭ ਬੇਕਦੇ ਹੋਣ ਬਜ਼ਾਰੀ। ਉੱਡ ਕੇ ਗੁਰਾਂ ਨੂੰ ਮਿਲ ਲਾਂ, ਜੇ ਖੰਭ ਬੇਕਦੇ ਹੋਣ ਬਜ਼ਾਰੀ। ਮੈਂ ਉੱਡ ਕੇ ਗੁਰਾਂ ਨੂੰ ਮਿਲ ਲਾਂ, ਜੇ ਖੰਭ ਬੇਕਦੇ ਹੋਣ ਬਜ਼ਾਰੀ। ਉੱਡ ਕੇ ਗੁਰਾਂ ਨੂੰ ਮਿਲ ਲਾਂ, ਖੰਭ ਬੇਕਦੇ ਹੋਣ ਬਜ਼ਾਰੀ। ਗੁਰਾਂ ਨੂੰ ਮਿਲ ਲਾਂ, ਜੇ ਖੰਭ ਬੇਕਦੇ ਹੋਣ ਬਜ਼ਾਰੀ। ਉੱਡ ਕੇ ਗੁਰਾਂ ਨੂੰ ਮਿਲ ਲਾਂ, ਜੇ ਖੰਭ ਬੇਕਦੇ ਹੋਣ ਬਜ਼ਾਰੀ। ਉੱਡ ਕੇ ਗੁਰਾਂ ਨੂੰ ਮਿਲ ਲਾਂ, ਜੇ ਖੰਭ ਬੇਕਦੇ ਹੋਣ ਬਜ਼ਾਰੀ। ਉੱਡ ਕੇ ਗੁਰਾਂ ਨੂੰ ਮਿਲ ਲਾਂ, ਜੇ ਖੰਭ ਬੇਕਦੇ ਹੋਣ ਬਜ਼ਾਰੀ। ਬੇਕਦੇ ਹੋਣ ਬਜ਼ਾਰੀ, ਜੇ ਖੰਭ ਬੇਕਦੇ ਹੋਣ ਬਜ਼ਾਰੀ। ਬੇਕਦੇ ਹੋਣ ਬਜ਼ਾਰੀ, ਜੇ ਖੰਭ ਬੇਕਦੇ ਹੋਣ ਬਜ਼ਾਰੀ। ਬੇਕਦੇ ਹੋਣ ਬਜ਼ਾਰੀ, ਜੇ ਖੰਭ ਬੇਕਦੇ ਹੋਣ ਬਜ਼ਾਰੀ। ਹਾਂ, ਬੇਕਦੇ ਹੋਣ ਬਜ਼ਾਰੀ, ਬੇਕਦੇ ਹੋਣ ਬਜ਼ਾਰੀ। ਬੇਕਦੇ ਹੋਣ ਬਜ਼ਾਰੀ, ਜੇ ਖੰਭ ਬੇਕਦੇ ਹੋਣ ਬਜ਼ਾਰੀ। ਬੇਕਦੇ ਹੋਣ ਬਜ਼ਾਰੀ, ਜੇ ਖੰਭ ਬੇਕਦੇ ਹੋਣ ਬਜ਼ਾਰੀ। ਉੱਡ ਕੇ ਗੁਰਾਂ ਨੂੰ ਮਿਲ ਲਾਂ, ਜੇ ਖੰਭ ਬੇਕਦੇ ਹੋਣ। ਉੱਡ ਕੇ ਗੁਰਾਂ ਨੂੰ ਮਿਲ ਲਾਂ, ਖੰਭ ਬੇਕਦੇ ਹੋਣ ਬਜ਼ਾਰੀ। ਉੱਡ ਕੇ ਗੁਰਾਂ ਨੂੰ ਮਿਲ ਲਾਂ, ਜੇ ਖੰਭ ਬੇਕਦੇ ਹੋਣ ਬਜ਼ਾਰੀ। ਉੱਡ ਕੇ ਗੁਰਾਂ ਨੂੰ ਮਿਲ ਲਾਂ, ਜੇ ਖੰਭ ਬੇਕਦੇ ਹੋਣ ਬਜ਼ਾਰੀ। ਉੱਡ ਕੇ ਗੁਰਾਂ ਨੂੰ ਮਿਲ ਲਾਂ, ਜੇ ਖੰਭ ਬੇਕਦੇ ਹੋਣ ਬਜ਼ਾਰੀ। ਉੱਡ ਕੇ ਗੁਰਾਂ ਨੂੰ ਮਿਲ ਲਾਂ, ਜੇ ਖੰਭ ਬੇਕਦੇ ਹੋਣ ਬਜ਼ਾਰੀ। ਖੰਭ ਬਿਕੰਦੜੇ ਜੇ ਲਾਹਾ, ਖੰਭ ਬਿਕੰਦੜੇ ਜੇ ਲਾਹਾ, ਕਿੰਨਾ ਸਾਵੀ ਤੋਲ ਤਨ ਜੜਾਈ ਆਪਣਾ। ਤਨ ਜੜਾਈ ਆਪਣਾ। ਤਨ ਜੜਾਈ ਆਪਣ
ਲਾਹਾ ਸੋ ਸੱਜਣ ਟੋਲ ਖੰਭ ਬਿਕੰਦੜੇ ਜੇ ਲਾਹਾ। ਉਹ ਤਾਂ ਫਿਰ ਲੱਭਦੇ ਨੇ ਆਪਣੇ ਪਿਆਰੇ ਨੂੰ। ਪਿਆਰ ਵਾਲਿਓ, ਉਹਨਾਂ ਦੀ ਫਿਰ ਅਵਸਥਾ ਖੰਭ ਬਿਕੰਦੜੇ। ਕਹਿੰਦੇ ਜੇ ਕਿਤੇ ਪ੍ਰਮਾਤਮਾ ਨੂੰ ਮਿਲਾਉਣ ਵਾਲੇ ਬਾਜ਼ਾਰਾਂ ਵਿੱਚ ਖੰਭ ਵਿਕਦੇ ਹੋਣ ਨਾ, ਫਿਰ ਉਹ ਗੁਰਮੁਖ ਕਹਿੰਦਾ ਮੈਂ ਭੱਜ ਕੇ ਜਾ ਕੇ ਉਹ ਖੰਭ ਖਰੀਦ ਲਵਾਂ। ਲਾਹਾਂ ਸੋ ਸਾਵੀ ਤੋਲ ਖੰਭ ਬਿਕੰਦੜੇ ਜੇ ਲਾਹਾਂ। ਸੋ ਉੱਥੇ ਫਿਰ ਮਹਾਰਾਜ ਜੀ ਕਹਿੰਦੇ ਨਾ, ਉਹਨਾਂ ਦੀ ਇਹ ਭਾਵਨਾ ਬਣ ਜਾਂਦੀ ਹੈ, ਇਹ ਪਿਆਰ ਜਾਗ ਪੈਂਦਾ ਗੁਰੂ ਦੇ ਮਿਲਾਪ ਦਾ। ਸੱਚ ਜਾਣੋ, ਜੇ ਗੁਰੂ ਦੇ ਮਿਲਾਪ ਦਾ ਪਿਆਰ ਨਾ ਜਾਗਿਆ ਨਾ, ਤਾਂ ਮਨੁੱਖਾ ਜਨਮ ਧਾਰਿਆ ਐਵੇਂ ਚਲਿਆ ਜਾਂਦਾ ਹੈ, ਵਿਅਰਥ ਚਲਿਆ ਜਾਂਦਾ ਹੈ। ਜਿੱਥੇ ਆਪਾਂ ਰੋਜ਼ਮਰਾ ਦੇ ਕੰਮ ਧੰਦੇ ਕਰਨੇ, ਡਿਊਟੀਆਂ ਨਿਭਾਉਣੀਆਂ, ਉੱਥੇ ਇਹਨੂੰ ਆਪਣੀ ਲਾਈਫ ਦੇ ਵਿੱਚ, ਆਪਣੀ ਜ਼ਿੰਦਗੀ ਦੇ ਵਿੱਚ ਇੱਕ ਟਾਈਮ ਟੇਬਲ ਬਣਾ ਲੈਣਾ ਚਾਹੀਦਾ ਵੀ ਮੈਂ ਸਵੇਰੇ ਅੰਮ੍ਰਿਤ ਵੇਲੇ ਜਾਗ ਕੇ ਗੁਰੂ ਗੁਰੂ ਜਪਣਾ, ਗੁਰੂ ਦਾ ਪਿਆਰ, ਗੁਰੂ ਦਾ ਸਤਿਕਾਰ, ਇੰਨੀਆਂ ਮੈਂ ਬਾਣੀਆਂ ਪੜ੍ਹਨੀਆਂ ਨੇ। ਜੇ ਬਾਣੀ ਪੜ੍ਹਨ ਜਾਣਦਾ, ਇੰਨਾ ਮੈਂ ਨਿਤਨੇਮ ਕਰਨਾ। ਉਹ ਤੋਂ ਬਾਅਦ ਹੋਰ ਬਾਣੀ ਕੰਠ ਹੋ ਜਾਂਦੀ ਹੈ, ਸ਼ਬਦ ਕੰਠ ਹੋ ਜਾਂਦੇ ਨੇ। ਗੁਰੂ ਕਿਰਪਾ ਕਰਦਾ, ਬੰਦੇ ਦੇ ਕੀ ਵਸ ਹੈ। ਗੁਰੂ ਕਿਰਪਾ ਕਰਦਾ, ਇੰਨੀ ਬਾਣੀ ਗੁਰਸਿੱਖਾਂ ਦੇ ਕੰਠ ਹੈ। 50-50 ਬਾਣੀਆਂ ਕੰਠ ਕਰੀ ਫਿਰਦੇ ਨੇ। ਕਈ ਐਸੇ ਸੱਜਣ ਜਿਨ੍ਹਾਂ ਨੇ ਅਰਦਾਸ ਕਰ ਦਿੱਤੀ, ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਵੀ ਗੁਰਬਾਣੀ ਕੰਠ ਹੋ ਜਾਵੇ। ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੰਠ ਹੋ ਗਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂਕਿ ਭਾਵਨਾ ਨੂੰ ਫਲ ਹੈ। ਇਹ ਦਰ ਐਸਾ ਹੈ, ਇੱਥੇ ਭਾਵਨਾ ਨੂੰ ਫਲ ਹੈ। ਸੋ ਆਓ, ਚਾਹੁੰਦਾ ਹਰ ਕੋਈ ਹੈ ਖੁਸ਼ੀ ਮਿਲੇ, ਪਰ ਮਹਾਰਾਜ ਜੀ ਕਹਿੰਦੇ ਮਨ ਤੇ ਮੈਲ ਇੰਨੀ ਲੱਗ ਗਈ ਨਾ, ਜਨਮਾਂ ਜਨਮਾਂ ਦੀ ਮੈਲ ਹੈ। ਵੇਖੋ ਹੁਣ ਮਨੁੱਖ ਦਾ ਇੱਕ ਸੁਭਾਅ ਹੈ, ਦਾਸ ਇਹ ਬੇਨਤੀਆਂ ਜ਼ਿਆਦਾਤਰ ਕਰਦਾ ਹੁੰਦਾ, ਕਿਉਂਕਿ ਜਿੱਥੇ ਆਪਾਂ ਰੁਕ ਗਏ, ਸਟਾਪ ਲੱਗ ਗਈ ਵੀ ਆਪਾਂ ਇਹ ਤੋਂ ਵੱਧ ਹੋਰ ਕੁਛ ਨਹੀਂ ਕਰਨਾ। ਮੰਨ ਲਓ ਖੇਤ ਜਾਣਾ ਹੈ, ਘਰ ਆ ਗਏ, ਬੱਚਿਆਂ ਨੂੰ ਪਾਲ ਲਿਆ, ਪਰਿਵਾਰ ਨੂੰ ਪਾਲ ਲਿਆ, ਇੰਨੀ ਉਹ ਡਿਊਟੀ ਹੈ। ਇਹ ਤੋਂ ਅੱਗੇ ਸੋਚਿਆ ਨਹੀਂ। ਮਹਾਰਾਜ ਜੀ ਕਹਿੰਦੇ ਹੋਰ ਅੱਗੇ ਤੁਰ, ਅਗਾਹਾਂ ਕੋ ਤਰਾਂਗ, ਪਿੱਛਾ ਫੇਰ ਨਾ ਮੋਹੜੜਾ, ਨਾਨਕ ਸਿੱਝ ਅਵੇਹਾ ਵਾਰ, ਬਹੁੜ ਨਾ ਹੋ ਵੀ ਜਨਮੜਾ। ਮਹਾਰਾਜ ਕਹਿੰਦੇ ਖੜ ਕਿਉਂ ਗਿਆ? ਕੱਲਾ ਖੇਤ ਜਾਣਾ, ਬੱਚੇ ਪਾਲਣਾ, ਤੇਰੀ ਇੰਨੀ ਕੁ ਡਿਊਟੀ ਥੋੜੋ ਹੈ। ਨਹੀਂ, ਮਹਾਰਾਜ ਜੀ ਕਹਿੰਦੇ ਹੋਰ ਵੀ ਬੜੀਆਂ ਡਿਊਟੀਆਂ ਨੇ। ਸੋ ਉਹ ਡਿਊਟੀਆਂ ਕੀ ਨੇ? ਉਹ ਸਤਿਗੁਰੂ ਜੀ ਕਹਿੰਦੇ ਜਿਵੇਂ ਨਾ ਆਪਾਂ ਸ਼ਾਮ ਦਾ ਭੋਜਨ ਛਕਦੇ ਹਾਂ, ਸੌਖਾ ਸਮਝ ਵਿੱਚ ਆ ਜਾਂਦਾ। ਸ਼ਾਮ ਦਾ ਭੋਜਨ ਛਕ ਲਿਆ, ਮੇਰੀਆਂ ਧੀਆਂ ਬੈਠੀਆਂ ਨੇ, ਭੈਣਾਂ ਬੈਠੀਆਂ ਨੇ, ਸ਼ਾਇਦ ਕੋਈ ਐਸੀ ਬੀਬੀ ਨਹੀਂ ਹੈ ਵੀ ਜਿਹੜੀ ਬੀਬੀ ਸ਼ਾਮ ਦੇ ਬਰਤਨ ਮਾਂਜੇ ਬਗੈਰ ਪੈ ਜਾਵੇ, ਸੌਂ ਜਾਵੇ। ਨਹੀਂ, ਉਹ ਕਹਿੰਦੇ ਵੀ ਇਹ ਤਾਂ ਸਾਰੇ ਗੰਦ ਪੈ ਜਾਣੇ, ਜੂਠੇ ਬਰਤਨ। ਉਹ ਸਾਰੇ ਬਰਤਨਾਂ ਨੂੰ ਸਾਫ਼ ਕਰਕੇ ਆਪਣਾ ਇਹ ਕਾਂਸਾਂ ਦੇ ਉੱਪਰ ਉੱਥੇ ਸਜਾ ਦਿੰਦੀਆਂ ਨੇ ਵੀ ਸਵੇਰੇ ਉੱਠ ਕੇ ਫਿਰ ਭੋਜਨ ਛਕਣਾ। ਮੈਲਾ ਬਰਤਨ, ਜੂਠਾ ਬਰਤਨ ਘਰ ਵਿੱਚ ਪ੍ਰਵਾਨ ਨਹੀਂ ਹੈ। ਫਿਰ ਸਵੇਰੇ ਉੱਠ ਕੇ ਕੋਈ ਭੈਣ, ਕੋਈ ਧੀ ਐਸੀ ਨਹੀਂ ਹੈ, ਆਪਾਂ ਮੱਝਾਂ ਗਾਵਾਂ ਰੱਖਦੇ ਹਾਂ ਵੀ ਉਹ ਗੋਹਾ ਕੂੜਾ ਨਾ ਸਿੱਟੇ, ਉਹ ਝਾੜੂ ਨਾ ਚੁੱਕੇ। ਅੱਜ ਜਿੱਥੇ ਆਪਾਂ ਬੈਠੇ ਹਾਂ ਵੀ ਇੱਥੇ ਪੋਚਾ ਨਾ ਲੱਗੇ। ਕਿਉਂ? ਕਿਉਂਕਿ ਮੈਲ ਪਸੰਦ ਨਹੀਂ ਹੈ, ਗੰਦ ਪਸੰਦ ਨਹੀਂ ਹੈ, ਸਾਨੂੰ ਸਫਾਈ ਪਸੰਦ ਹੈ। ਫਿਰ ਆਪਾਂ ਮਕਾਨ ਬਣਾਉਂਦੇ ਹਾਂ, ਹੋਰ ਸੌਖਾ ਕਰ ਦਈਏ ਇਹਨੂੰ, ਮਕਾਨ ਬਣਾਉਂਦੇ ਹਾਂ। ਕਦੇ ਕੋਈ ਐਸਾ ਸੱਜਣ ਹੈ, ਬਾਂਹ ਖੜੀ ਕਰ ਦਿਓ ਵੀ ਚਲੋ ਬਾਹਰੋਂ ਰੰਗ ਕਰਾ ਦਿਓ ਮਕਾਨ ਨੂੰ, ਅੰਦਰ ਤਾਂ ਕੋਈ ਗੱਲ ਨਹੀਂ, ਅੰਦਰ ਸਾਰ ਲਵਾਂਗੇ, ਬਾਹਰੋਂ ਦਿਸਣਾ ਚਾਹੀਦਾ ਚਿੱਟਾ। ਨਹੀਂ, ਐਸਾ ਕੋਈ ਨਹੀਂ ਹੈ। ਜਾਂ ਤਾਂ ਅੰਦਰੋਂ ਤੇ ਬਾਹਰੋਂ ਕਰਾਵਾਂਗੇ, ਜਾਂ ਫਿਰ ਜੇ ਬਾਹਰੋਂ ਰਹਿ ਗਿਆ ਰੰਗ ਤੋਂ ਬਿਨਾਂ, ਅੰਦਰੋਂ ਤਾਂ ਪੱਕਾ ਕਰਾਉਣਾ ਵੀ ਅੰਦਰੋਂ ਸਹੀ ਕਰਾਓ। ਕਿਉਂਕਿ ਅੰਦਰ ਹੀ ਗੈਸਟ ਨੇ ਬੈਠਣਾ, ਅੰਦਰੋਂ ਹੀ ਰਿਸ਼ਤੇਦਾਰਾਂ ਨੇ ਆਉਣਾ, ਅੰਦਰੋਂ ਮਕਾਨ ਸੋਹਣਾ ਲੱਗਣਾ ਚਾਹੀਦਾ। ਹੁਣ ਵੇਖੋ, ਇਹਦਾ ਖਿਆਲ ਕਰੋ। ਜੇ ਸਾਨੂੰ ਇੰਨੀ ਸੋਝੀ ਹੈ ਵੀ ਮੈਲਾ ਬਰਤਨ ਠੀਕ ਨਹੀਂ, ਘਰ ਵਿੱਚ ਕੂੜਾ ਕਰਕਟ ਠੀਕ ਨਹੀਂ, ਮਕਾਨ ਅੰਦਰੋਂ ਸੋਹਣਾ ਲੱਗਣਾ ਚਾਹੀਦਾ, ਫਿਰ ਸਿੱਖਾ ਕਦੇ ਨਿਗਾਹ ਕਿਉਂ ਨਹੀਂ ਮਾਰੀ ਆਪਣੇ ਅੰਦਰ ਵੀ ਤਾਂ ਝਾਕ ਕਦੇ। ਤੂੰ ਸਰੀਰ ਨੂੰ ਗਹਿਣੇ ਗੱਟੇ ਪਾਉਣ ਵਾਸਤੇ ਰੱਖ ਲਿਆ, ਤੂੰ ਸਰੀਰ ਨੂੰ ਮਹਿੰਗੇ ਤੋਂ ਮਹਿੰਗੇ ਬ੍ਰਾਂਡ ਪਾਉਣ ਵਾਸਤੇ ਰੱਖ ਲਿਆ, ਤੇ ਅੰਦਰ ਦੀ ਸਫਾਈ ਕਦੇ ਵਿਚਾਰੋ ਵੀ ਅਸੀਂ ਅੰਦਰੋਂ ਸੋਹਣੇ ਲੱਗਣੇ ਚਾਹੀਦੇ ਹਾਂ ਕਿ ਬਾਹਰੋਂ। ਅੱਜ ਇਹਨਾਂ ਦੀ ਹਜ਼ੂਰੀ ਵਿੱਚ ਬੈਠੇ ਹਾਂ, ਮਹਾਰਾਜ ਜੀ ਕਹਿੰਦੇ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਕਹਿੰਦੇ ਮੈਨੂੰ ਉਹ ਸੁੰਦਰ ਲੱਗਦੇ ਨੇ ਮਹਾਰਾਜ ਜੀ ਕਹਿੰਦੇ ਜਿਹੜੇ ਗੁਰੂ ਕੀ ਸੰਗਤ ਵਿੱਚ ਗੁਰਸਿੱਖ ਬਣ ਕੇ, ਹੰਸ ਬਣ ਕੇ ਨਾਮ ਰੂਪੀ ਚੋਗ ਚੁੱਕਦੇ ਨੇ, ਗੁਰੂ ਦੀ ਮਹਿਮਾ, ਗੁਰੂ ਦੀ ਵਡਿਆਈ ਕਰਦੇ ਨੇ। ਉਹ ਮੈਨੂੰ ਸੋਹਣੇ ਲੱਗਦੇ ਨੇ। ਉਹ ਆਪਣੀ ਜ਼ਿੰਦਗੀ ਵਿੱਚ ਕਿੰਨਾ ਕਾਇਆ, ਕਿਤੇ ਬੰਨੇ ਰੁੱਧੇ। ਤੁਹਾਡੀ ਤਾਂ ਭਾਵਨਾ ਹੈ, ਕਿਤੇ ਨਾ ਕਿਤੇ ਤਾਂ ਐਸਾ ਹੁੰਦਾ ਹੈ ਬਈ ਬਸ ਜੀ, ਜਦੋਂ ਬਾਬਾ ਜੀ ਹੋਰੀ ਪਾਵਨ ਗੁਰੂ ਪਾਣੀ
ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਪੜ੍ਹਨਗੇ ਉਦੋਂ ਚੱਲਾਂਗੇ, ਅਰਦਾਸ ਵੇਲੇ ਚੱਲਾਂਗੇ। ਇੱਥੇ ਵੀ ਆਉਣ ਤੇ ਸਾਡਾ, ਕਿਉਂਕਿ ਮਨ ਹੈ ਨਾ ਇਹ ਖਿੰਡ ਗਿਆ, ਇਹ ਜਿੱਥੇ ਲੱਗ ਗਿਆ ਫਿਰ ਇਹਦੀ ਪ੍ਰੀਤ ਉੱਥੇ ਹੀ ਪੈ ਜਾਂਦੀ ਹੈ, ਉੱਥੋਂ ਫਿਰ ਪੱਟਣੀ ਮੁਸ਼ਕਿਲ ਹੁੰਦੀ ਹੈ, ਬਹੁਤ ਔਖੀ ਹੁੰਦੀ ਹੈ। ਸਤਸੰਗ ਦੁਆਰਾ ਠੀਕ ਆ ਜਾਂਦਾ ਹੈ, ਗੁਰੂ ਦੀ ਕਿਰਪਾ ਨਾਲ ਜਦੋਂ ਇਹ ਸਤਸੰਗ ਵਿੱਚ ਬੈਠਦਾ ਹੈ, ਇੱਥੋਂ ਫਿਰ ਇਹ ਸੁੱਤਾ ਮਨ ਜਾਗਦਾ ਹੈ। ਸੁੱਤਾ ਮਨ ਜਦੋਂ ਜਾਗਦਾ ਇਹਦੇ ਸੁੱਤੇ ਦੇ ਭਾਗ ਜਾਗਦੇ ਨੇ, ਇਹਦਾ ਫਿਰ ਗੁਰੂ ਨਾਲ ਰਿਸ਼ਤਾ ਬਣਦਾ, ਨਾਤਾ ਬਣਦਾ। ਸੋ ਕਹਿਣ ਤੋਂ ਭਾਵ ਜਿੰਨਾ ਸਾਨੂੰ ਸਫਾਈ ਦਾ ਬਾਹਰੀ ਤੌਰ 'ਤੇ ਸੰਸਾਰੀ ਤੌਰ 'ਤੇ ਖਿਆਲ ਹੈ, ਉਸੇ ਤਰ੍ਹਾਂ ਸਾਨੂੰ ਗੁਰੂ ਨਾਲ ਨੇੜਤਾ ਬਣਾਉਣੀ ਚਾਹੀਦੀ ਹੈ। ਮਹਾਰਾਜ ਜੀ ਨੇ 2 ਪੌੜੀਆਂ ਆਨੰਦ ਸਾਹਿਬ ਦੀਆਂ ਲਿਖੀਆਂ ਹੋਈਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਪਹਿਲੀ ਪੌੜੀ ਹੈ, ਜਿਹੜੇ ਘਰ ਨੂੰ ਬਾਹਰੋਂ ਰੰਗ ਕਰਦੇ ਨੇ ਅੰਦਰੋਂ ਨਹੀਂ ਕਰਦੇ। ਮਹਾਰਾਜ ਜੀ ਕਹਿੰਦੇ ਜੀਓ ਮੈਲੇ ਬਾਹਰੋਂ ਨਿਰਮਲ, ਅੰਦਰ ਤਾਂ ਮੈਲ ਪਈ ਹੈ ਜਨਮਾਂ ਜਨਮਾਂ ਦੀ, ਤੇ ਬਾਹਰਲਾ ਲਿਬਾਸ ਬਣਾ ਲਿਆ, ਪੋਚਾ ਪਾਚੀ ਕਰ ਲਈ ਵੀ ਫਲਾਣਾ ਸਿਉਂ ਫਲਾਣਾ ਸਿਉਂ। ਹੁਣ ਮਹਾਰਾਜ ਜੀ ਤਾਂ ਪੁੱਛਦੇ ਨੇ ਨਾ, ਕਹਿੰਦੇ ਵੀ ਜਦੋਂ ਕੋਈ ਫੰਕਸ਼ਨ ਹੈ ਆਪਾਂ ਤਿਆਰ ਹੁੰਦੇ ਹਾਂ ਸਾਰੇ, ਕਾਹਦੇ ਵਾਸਤੇ? ਵੀ ਮੇਰੇ ਰਿਸ਼ਤੇਦਾਰ, ਮੇਰੇ ਫਰੈਂਡ, ਮੇਰੇ ਸਾਰੇ ਦੋਸਤ ਮਿੱਤਰ ਆਖਣ ਵੀ ਫਲਾਣੇ ਦੀ ਕਿੰਨੀ ਸਫਾਈ ਹੈ, ਕਿੰਨਾ ਵਧੀਆ ਹੈ। ਇਹ ਤਾਂ ਹੋ ਗਈ ਦੁਨਿਆਵੀ ਗੱਲ। ਤੇ ਜਦੋਂ ਗੁਰੂ ਜੀ ਕੋਲ ਆਵਾਂਗੇ, ਗੁਰੂ ਜੀ ਕੀ ਪੁੱਛਦੇ ਨੇ? ਮਹਾਰਾਜ ਜੀ ਕਹਿੰਦੇ ਸਿੱਖਾ ਅੰਦਰ ਕਿੰਨਾ ਕੁ ਧੋਤਾ ਹੈ? ਆਖੋ ਸਤਨਾਮ ਸ਼੍ਰੀ। ਧੋਤਾ ਜਾਂਦਾ ਅੰਦਰ, ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿੱਤ ਲਾਏ। ਹਰੀ ਦੇ ਨਾਲ ਚਿੱਤ ਲਾ ਲੈ ਨਾ, ਕਿਉਂ ਬੈਠਾ ਇਸ ਤਰ੍ਹਾਂ? ਮਹਾਰਾਜ ਜੀ ਕਹਿੰਦੇ ਰਾਮ ਕਹੋ ਚਿੱਤ ਲਾਏ ਭਾਈ ਰੇ, ਰਾਮ ਕਹੋ ਚਿੱਤ ਲਾਏ, ਰਾਮ ਕਹੋ ਚਿੱਤ ਲਾਏ ਭਾਈ ਰੇ, ਰਾਮ ਕਹੋ ਚਿੱਤ ਲਾਏ, ਚਿੱਤ ਲਾਏ ਭਾਈ ਰੇ, ਰਾਮ ਕਹੋ ਚਿੱਤ ਲਾਏ, ਰਾਮ ਕਹੋ ਚਿੱਤ ਲਾਏ ਭਾਈ ਰੇ, ਰਾਮ ਕਹੋ ਚਿੱਤ ਲਾਏ, ਰਾਮ ਕਹੋ ਚਿੱਤ ਲਾਏ ਭਾਈ ਰੇ, ਰਾਮ ਕਹੋ ਚਿੱਤ ਲਾਏ, ਰਾਮ ਕਹੋ ਚਿੱਤ ਲਾਏ ਭਾਈ ਰੇ, ਰਾਮ ਕਹੋ ਚਿੱਤ ਲਾਏ। ਹਾਂ ਰਾਮ ਕਹੋ ਚਿੱਤ ਲਾਏ ਭਾਈ ਰੇ, ਰਾਮ ਕਹੋ ਚਿੱਤ ਲਾਏ, ਰਾਮ ਕਹੋ ਚਿੱਤ ਲਾਏ ਭਾਈ ਰੇ, ਰਾਮ ਕਹੋ ਚਿੱਤ ਲਾਏ, ਰਾਮ ਕਹੋ ਚਿੱਤ ਲਾਏ ਭਾਈ ਰੇ, ਰਾਮ ਕਹੋ ਚਿੱਤ ਲਾਏ, ਰਾਮ ਕਹੋ ਚਿੱਤ ਲਾਏ ਭਾਈ ਰੇ, ਰਾਮ ਕਹੋ ਚਿੱਤ ਲਾਏ, ਰਾਮ ਕਹੋ ਚਿੱਤ ਲਾਏ ਭਾਈ ਰੇ, ਰਾਮ ਕਹੋ ਚਿੱਤ ਲਾਏ, ਰਾਮ ਕਹੋ ਚਿੱਤ ਲਾਏ ਭਾਈ ਰੇ, ਰਾਮ ਕਹੋ ਚਿੱਤ ਲਾਏ। ਦੇਖੋ ਜਿਹੜੇ ਗੁਰਮਤ ਨੂੰ ਕਮਾਉਣਾ ਹੈ ਨਾ, ਇਹ ਇੰਨਾ ਔਖਾ ਨਹੀਂ ਹੈ ਵੀ ਜਿੰਨਾ ਆਪਾਂ ਮੰਨ ਬੈਠੇ। ਪਾਤਸ਼ਾਹ ਨੇ ਤਾਂ ਬੜਾ ਸਿੰਪਲ ਦੱਸਿਆ ਹੋਇਆ, ਬਹੁਤ ਹੀ ਸੌਖਾ ਦੱਸਿਆ ਹੋਇਆ ਹੈ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਭਾਈ ਨਹੀਂ, ਇਹ ਸ਼ਬਦ ਹੈ ਜਿਹੜਾ ਨਾ, ਇਹ ਗੁਰੂ ਤੇਗ ਬਹਾਦਰ ਮਹਾਰਾਜ ਨੇ ਭਾਈ ਰੇ ਰਾਮ ਕਹੋ ਚਿੱਤ ਲਾਏ। ਕਹਿੰਦੇ ਗੁਰਸਿੱਖੋ ਚਿੱਤ ਲਾ ਕੇ ਵਾਹਿਗੁਰੂ ਜਪੋ। ਵੇਖੋ ਹੁਣ ਭਗਤ ਨਾਮਦੇਵ ਜੀ ਨੇ ਕਿੰਨਾ ਸੋਹਣਾ ਲਿਖਿਆ ਆਪਣੀ ਬਾਣੀ ਵਿੱਚ। ਕਈ ਵਾਰ ਸਾਨੂੰ ਹੁੰਦਾ ਵੀ ਜੇ ਅਸੀਂ ਕੰਮ ਕਰਦੇ ਹਾਂ, ਸਾਡੇ ਬਿਜ਼ਨਸ ਨੇ, ਸਾਡੀ ਖੇਤੀ ਹੈ, ਅਸੀਂ ਨੌਕਰੀ ਪੇਸ਼ੇ ਵਾਲੇ ਹਾਂ, ਮਹਾਰਾਜ ਜੀ ਕਹਿੰਦੇ ਕੋਈ ਗੱਲ ਨਹੀਂ, ਇਹ ਤਾਂ ਡਿਊਟੀ ਹੈ ਆਪਣੀ, ਪਰਿਵਾਰ ਪਾਲਣਾ ਹੈ, ਬੱਚੇ ਪਾਲਣੇ ਨੇ, ਬਲਕਿ ਇੰਨੀ ਕੁ ਮਿਹਨਤ ਕਰੋ ਵੀ ਆਪਾਂ ਵਿਹਲੇ ਨਾ ਬੈਠੀਏ, ਸਾਰਾ ਪਰਿਵਾਰ ਇਕੱਠਾ ਹੋ ਕੇ ਕਮਾਈਏ, ਫਿਰ ਬਰਕਤਾਂ ਹੁੰਦੀਆਂ ਨੇ। ਇਹ ਤਾਂ ਬੜੀਆਂ ਸਿੰਪਲ ਗੱਲਾਂ ਨੇ। ਫਿਰ ਉੱਥੇ ਬਚਨ ਜਿਹੜਾ ਲਿਖਿਆ ਆਪਾਂ ਪੜ੍ਹਿਆ ਨਾ, ਇਹਨੂੰ ਕੀ ਆਖਿਆ? ਨਾਮਾ ਕਹੈ ਤਲੋਚਨਾ, ਮੁਖ ਤੇ ਰਾਮ ਸੰਭਾਲ, ਆ ਗੁਰਮਤ, ਹਾਥ ਪਾਉ ਕਰ ਕਾਮ ਸਭ। ਅਗਲਾ ਬਚਨ ਇਹ ਅਸੀਂ ਛੱਡ ਦਿੰਦੇ ਹਾਂ, ਹੱਥਾਂ ਪੈਰਾਂ ਨਾਲ ਕੰਮ ਆਪਾਂ ਸਾਰੀ ਕਰਦੇ ਹਾਂ, ਕੰਮ ਤੋਂ ਤਾਂ ਆਪਾਂ ਭੱਜਦੇ ਨਹੀਂ, ਕਰਨਾ ਚਾਹੀਦਾ। ਪਰ ਚੀਤ ਨਿਰੰਜਨ ਨਾਲ ਜਿਹੜਾ ਚਿੱਤ ਹੈ ਨਾ ਗੁਰੂ ਨਾਲੋਂ, ਇਹ ਤੋੜਿਆ ਹੋਇਆ ਸੀ। ਸਿਰਫ ਇੰਨੀ ਓ ਘੁੰਡੀ ਹੈ ਬਸ। ਚਾਹੇ ਪੂਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੜ੍ਹ ਲਓ, ਸਾਰੀ ਜ਼ਿੰਦਗੀ ਕੀਰਤਨ ਸੁਣੀ ਚੱਲੋ, ਕਰੀ ਚੱਲੋ, ਕਥਾ ਕਰੀ ਚੱਲੋ, ਕਥਾ ਸੁਣੀ ਚੱਲੋ, ਗੱਲ ਤਾਂ ਇੰਨੀ ਹੈ ਵੀ ਚਿੱਤ ਕਦੋਂ ਗੁਰੂ ਨਾਲ ਜੋੜੇਗਾ, ਸਿਰਫ ਇੰਨੀ ਗੱਲ ਹੈ, ਹੋਰ ਨਹੀਂ। ਨਾ ਇਹ ਟੈਨਸ਼ਨ ਹੈ, ਨਾ ਇਹ ਕੋਈ ਚਿੰਤਾ ਦੀ ਗੱਲ ਹੈ, ਬਲਕਿ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸਾਨੂੰ ਕਈ ਵਾਰ ਇਹ ਚਿੰਤਾ ਹੋ ਜਾਂਦੀ ਹੈ ਵੀ ਅਸੀਂ ਕਿਵੇਂ ਕਰੀਏ, ਇਹ ਕੀ ਕਰਨਾ ਹੈ। ਜੇ ਪੜ੍ਹੇ ਹਾਂ ਤਾਂ ਬਾਣੀ ਪੜ੍ਹ ਲਓ, ਜੇ ਅਨਪੜ੍ਹ ਹਾਂ ਧੰਨ ਗੁਰੂ ਨਾਨਕ ਤਾਂ ਕਹੀ ਸਕਦੇ ਹਾਂ, ਇੰਨਾ ਤਾਂ ਸਾਨੂੰ ਪਤਾ ਹੀ ਹੈ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਲੈ, ਇਸੇ ਸਿਮਰਨ ਨੇ ਤਾਰ ਦੇਣਾ ਤੈਨੂੰ। ਸਤਨਾਮ ਵਾਹਿਗੁਰੂ ਕੌਣ ਨਹੀਂ ਕਹਿ ਸਕਦਾ?
ਜਿਹਨੇ ਕਹਿਣਾ ਹੈ ਉਹ ਕਹਿ ਸਕਦਾ ਹੈ। ਇੱਥੇ ਤਾਂ ਬਿਲਕੁਲ ਜਿਹੜੇ ਨਾ ਗੂਠਾ ਛਾਪ ਅਨਪੜ੍ਹ ਬੰਦੇ ਉਹ ਵੀ ਗੁਰਬਾਣੀ ਦੀ ਸੰਥਿਆ ਕਰ ਗਏ, ਜੇ ਅੰਦਰ ਭਾਵਨਾ ਹੋਵੇ, ਜੇ ਅੰਦਰ ਲਗਨ ਹੋਵੇ। ਜੇ ਲਗਨ ਹੈ ਨਹੀਂ ਫਿਰ ਗੁਰਮੁਖੋ ਗੱਲ ਥਾਂ ਹੀ ਨਹੀਂ ਪੈਂਦੀ ਹੁੰਦੀ। ਸੋ ਨਾਮਾ ਕਹੈ ਤਲੋਚਨਾ, ਮੁੱਖ ਤੋਂ ਅਸੀਂ ਨਾ ਜਿਹੜਾ ਰਾਮ ਹਰੀ ਪਰਮਾਤਮਾ ਵਾਹਿਗੁਰੂ ਧੰਨ ਗੁਰੂ ਨਾਨਕ, ਜੋ ਪਰਮਾਤਮਾ ਦੀ ਯਾਦ ਵਿੱਚ ਆਪਾਂ ਬੋਲਾਂਗੇ ਉਹ ਉਹਦੀ ਵਡਿਆਈ ਹੈ। ਪਰਮਾਤਮਾ ਦੇ ਗੁਣਾਂ ਨੂੰ ਪਛਾਣਨਾ, ਪਰਮਾਤਮਾ ਨੇ ਸਾਨੂੰ ਕੀ ਕੁਝ ਦਿੱਤਾ ਹੈ। ਸੋ ਆਓ ਉਹ ਖੁਸ਼ੀਆਂ ਵਾਹਿਗੁਰੂ ਕਿਵੇਂ ਬਖਸ਼ਦਾ ਹੈ। ਕਈ ਵਾਰ ਤਾਂ ਸਹਿਜੇ ਖੁਸ਼ੀਆਂ ਮਿਲਦੀਆਂ ਨੇ, ਕਈ ਵਾਰ ਖੁਸ਼ੀਆਂ ਲੈਣ ਵਾਸਤੇ ਬੜਾ ਉਦਮ ਉਪਰਾਲਾ ਵੀ ਕਰਨਾ ਪੈਂਦਾ। ਬਹੁਤ ਤਰ੍ਹਾਂ ਦਾ ਜੀਵਨ ਹੈ, ਬਹੁਤ ਤਰ੍ਹਾਂ ਦੀ ਦੁਨੀਆ ਹੈ। ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਬਿੰਜੂ ਪਿੰਡ ਹੈ। ਬਿੰਜੂ ਪਿੰਡ ਦਾ ਇੱਕ ਹਲ ਵਾਹੁਣ ਵਾਲਾ ਗ੍ਰਸਤੀ ਬੰਦਾ ਜਿਹਦਾ ਨਾਂ ਹੈ ਭਾਈ ਆਦਮ। ਭਾਈ ਆਦਮ ਮਾਪਿਆਂ ਦਾ ਇਕਲੌਤਾ ਬੇਟਾ, ਵਿਆਹ ਹੋ ਗਿਆ, ਗ੍ਰਸਤੀ ਜੀਵਨ, ਗ੍ਰਸਤ ਧਰਮ ਪ੍ਰਵਾਨ ਹੈ। ਪਰ ਇਹਦੀਆਂ ਡਿਊਟੀਆਂ ਬੜੀਆਂ ਨੇ ਗ੍ਰਸਤੀ ਦੀਆਂ। ਇਹ ਨਹੀਂ ਵੀ ਇਕੱਲੇ ਗ੍ਰਸਤੀ ਆਪਾਂ ਬਣ ਗਏ, ਆਪਣੀ ਡਿਊਟੀ ਕੋਈ ਨਹੀਂ। ਮਹਾਰਾਜ ਜੀ ਕਹਿੰਦਾ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਾਹੀ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰੈ ਤਾਕੋ ਵੱਡੋ ਅਭਾਗ। ਭਾਈ ਬਿੰਜੂ ਇਹਦੇ ਮਾਤਾ ਪਿਤਾ ਸਤਸੰਗੀ ਸੀ। ਆਏ ਗਏ ਸਾਧੂ ਸੰਤ ਦੀ ਸੇਵਾ ਕਰਨੀ, ਜਲ ਪਾਣੀ ਛਕਾਉਣਾ, ਅਤੇ ਉਹਦੇ ਤੋਂ ਬਾਅਦ ਉਹੀ ਸੁਭਾਅ ਭਾਈ ਆਦਮ ਦਾ ਪੈ ਗਿਆ। ਭਾਈ ਆਦਮ ਦਾ ਉਹੀ ਸੁਭਾਅ ਬਣ ਗਿਆ। ਮਾਤਾ ਪਿਤਾ ਤੋਂ ਸੰਸਕਾਰ ਲਏ, ਕਿਉਂਕਿ ਆਪਣਾ ਬਹੁਤਾ ਜ਼ਿਆਦਾ ਜੀਵਨ ਬੱਚਿਆਂ ਦਾ ਜਿਹੜਾ ਆਪਣਾ ਪੁਸ਼ਤ ਦਰ ਪੁਸ਼ਤ, ਪੀੜ੍ਹੀ ਦਰ ਪੀੜ੍ਹੀ ਵਿਰਸੇ ਦੇ ਵਿੱਚੋਂ ਜੋ ਮਿਲਿਆ ਹੁੰਦਾ, ਜ਼ਿਆਦਾਤਰ ਬੱਚਿਆਂ ਦਾ ਉਹੀ ਸੁਭਾਅ ਹੁੰਦਾ। 80% ਸੁਭਾਅ ਬੱਚਿਆਂ ਦਾ ਆਪਣੇ ਬਜ਼ੁਰਗਾਂ 'ਤੇ, ਆਪਣੇ ਦਾਦੇ ਦਾਦੀਆਂ 'ਤੇ, ਆਪਣੇ ਮਾਤਾ ਪਿਤਾ 'ਤੇ ਜ਼ਿਆਦਾ ਸੁਭਾਅ ਜਾਂਦਾ, ਕਿਉਂਕਿ ਉਹ ਸੰਸਕਾਰ ਸਾਨੂੰ ਪਰਿਵਾਰ ਵਿੱਚੋਂ ਮਿਲਦੇ ਨੇ ਜਿਹੜੇ ਕਿ ਸਾਡੇ ਅੰਤਸ਼ਕਰਨ ਦੇ ਵਿੱਚ ਪ੍ਰਪੱਕ ਹੋ ਜਾਂਦੇ ਨੇ। ਅਤੇ ਇਸੇ ਤਰ੍ਹਾਂ ਭਾਈ ਆਦਮ ਨੂੰ ਮਾਤਾ ਪਿਤਾ ਤੋਂ ਸੇਵਾ ਅਤੇ ਸਿਮਰਨ ਦੀ ਦਾਤ ਮਿਲੀ ਹੋਈ ਸੀ ਬਜ਼ੁਰਗਾਂ ਤੋਂ। ਉਹ ਨਾਲ ਆਪਣੀ ਕਿਰਤ ਕਰਦੇ ਸੀ, ਹਲ ਵਾਹੁੰਦੇ ਸੀ, ਖੇਤੀ ਪੱਤੀ ਕਰਦੇ ਸੀ। ਇਹਦਾ ਵਿਆਹ ਹੋ ਗਿਆ। ਵਿਆਹ ਹੋਇਆ ਤਾਂ ਕਈ ਸਾਲ ਵਿਆਹ ਨੂੰ ਲੰਘ ਗਏ, ਕੋਈ ਦਾਤ ਝੋਲੀ ਵਿੱਚ ਨਾ ਪਈ, ਨਾ ਧੀ ਵਾਲੀ ਦਾਤ ਅਤੇ ਨਾ ਪੁੱਤ ਵਾਲੀ ਦਾਤ। ਝੋਲੀ ਵਿੱਚ ਜਦੋਂ ਨਾ ਪਈ, ਇਹ ਹੁੰਦਾ ਸਾਧ ਸੰਗਤ ਸੰਸਾਰੀ ਤੌਰ 'ਤੇ ਜਦੋਂ ਅਸੀਂ ਜਿਉਣਾ ਤਾਂ ਉੱਥੇ ਧੀ ਅਤੇ ਪੁੱਤ ਵਰਗੀਆਂ ਦਾਤਾਂ ਸੰਸਾਰ ਦੇ ਵਿੱਚ ਜਿਉਣ ਵਾਸਤੇ ਬੜੀਆਂ ਖੁਸ਼ੀਆਂ ਦਿੰਦੀਆਂ ਨੇ, ਬੜੇ ਆਸਰੇ ਹੁੰਦੇ ਨੇ। ਜਦੋਂ ਅਸੀਂ ਪਰਮਾਰਥ ਦੇ ਤੌਰ 'ਤੇ ਜਿਉਣਾ ਤਾਂ ਸਿੱਖ ਦੇ ਕੋਲ ਨਿਤਨੇਮ ਦਾ ਗਹਿਣਾ, ਸਿਮਰਨ ਦਾ ਗਹਿਣਾ ਅਤੇ ਸੇਵਾ ਦਾ ਗਹਿਣਾ ਹੋਣਾ ਜ਼ਰੂਰੀ ਹੈ। ਕਿਉਂਕਿ ਸਤਿਗੁਰੂ ਮਹਾਰਾਜ ਜੀ ਕਹਿੰਦੇ ਦੁਨੀਆ ਦੇ ਵਿੱਚ ਸੇਵਾ ਕਰੇਗਾ। ਇਹ ਭਾਈ ਆਦਮ ਨੇ ਆਪਣੇ ਜੀਵਨ ਵਿੱਚ ਕਮਾਇਆ, ਆਪਣੇ ਮਾਤਾ ਪਿਤਾ ਤੋਂ ਇਹ ਸਿੱਖਿਆਵਾਂ ਲਈਆਂ। ਕਿਹੜੀਆਂ ਸਿੱਖਿਆਵਾਂ? ਜਿਨ੍ਹਾਂ ਤੋਂ ਆਪਾਂ ਤਕਰੀਬਨ ਵਾਂਝੇ ਰਹਿ ਜਾਂਦੇ ਹਾਂ। ਵਿੱਚ ਦੁਨੀਆ ਸੇਵ ਕਮਾਈਐ, ਤਦਾਰ ਕੈ ਬਹਿਸਣ ਪਾਈਐ। ਦੁਨੀਆ ਸੇਵ ਕਮਾਈਐ, ਦਰ ਕੈ ਬਹਿਸਣ ਪਾਈਐ। ਦੁਨੀਆ ਸੇਵ ਕਮਾਈਐ, ਦਰ ਕੈ ਬਹਿਸਣ ਪਾਈਐ। ਦੁਨੀਆ ਸੇਵ ਕਮਾਈਐ, ਦਰ ਕੈ ਬਹਿਸਣ ਪਾਈਐ। ਵਿੱਚ ਦੁਨੀਆ ਸੇਵ ਕਮਾਈਐ, ਦਰ ਕੈ ਬਹਿਸਣ ਪਾਈਐ। ਦੁਨੀਆ ਸੇਵ ਕਮਾਈਐ, ਦਰ ਕੈ ਬਹਿਸਣ ਪਾਈਐ। ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰ ਕੈ ਬੈਸਣ ਪਾਈਐ। ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰ ਕੈ ਬੈਸਣ ਪਾਈਐ। 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 ਕਹੋ ਨਾਨਕ ਬਾਹ ਲੁਡਾਈਐ, ਕਹੋ ਨਾਨਕ ਬਾਹ ਲੁਡਾਈਐ। ਕਹੋ ਨਾਨਕ
ਨਾਨਕ ਬਾਹ ਲੁਡਾਈਐ, 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 ਨਾਨਕ ਬਾਹ ਲੁਡਾਈਐ। ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਹਿ ਬੈਸਣ, ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਹਿ ਬੈਸਣ ਪਾਈਐ, 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 ਸੇਵ ਕਮਾਈਐ, ਤਾਂ ਦਰਗਹਿ ਬੈਸਣ ਪਾਈਐ। ਵੇਖੋ ਆਪਾਂ ਨਾ ਹੁਣ ਕਣਕਾਂ ਵੱਢਾਂਗੇ। ਜਦੋਂ ਕਣਕਾਂ ਵੱਢਣ ਵੇਲੇ ਜਿਹੜੇ ਖੇਤ ਨੂੰ ਕੋਈ ਰਸਤਾ ਵਧੀਆ ਨਹੀਂ ਹੁੰਦਾ, ਆਪਾਂ ਕੰਬਾਈਨ ਵਾਲੇ ਕੋਲ ਜਾਂਦੇ ਹਾਂ। ਉਹ ਕਹਿੰਦਾ ਵੀ ਵੇਖ ਮੈਂ ਕਣਕ ਤੇਰੀ ਵੱਢ ਦੂੰ, ਰਸਤਾ ਕਿਵੇਂ ਹੈ? ਫਿਰ ਆਪਾਂ ਕਹਿੰਦੇ ਹਾਂ ਵੀ ਰਸਤਾ ਅਸੀਂ ਬਣਾ ਦਿਆਂਗੇ। ਆਪਾਂ ਫਿਰ ਰਸਤਾ ਬਣਾਉਣ ਜਾਂਦੇ ਹਾਂ ਕਿ ਨਹੀਂ ਜਾਂਦੇ? ਰਸਤਾ ਬਣਾਉਂਦੇ ਹਾਂ ਨਾ, ਵੀ ਕੰਬਾਈਨ ਨੇ ਇੱਥੋਂ ਦੀ ਲੰਘਣਾ, ਇਹ ਤੋਂ ਬਗੈਰ ਕੰਬਾਈਨ ਨਹੀਂ ਲੰਘਣੀ। ਜੇ ਗੁਰੂ ਨਾਨਕ ਦੇਵ ਸਾਹਿਬ ਦੇ ਘਰ ਨੂੰ ਰਸਤਾ ਬਣਾਉਣਾ ਹੈ ਨਾ, ਤਾਂ ਹੁਣ ਬਣਾਇਆ ਜਾਵੇਗਾ, ਇਹ ਫੇਰ ਨਹੀਂ ਬਣਨਾ। ਇਹ ਹੁਣ ਮੌਕਾ ਹੈ ਰਸਤਾ ਬਣਾਉਣ ਵਾਸਤੇ। ਕੀ ਕਰਨਾ ਹੈ? ਵਿੱਚ ਦੁਨੀਆ ਸੇਵ ਕਮਾਈ ਹੈ। ਇਹ ਦੁਨੀਆ 'ਤੇ ਰਹਿ ਕੇ ਬੰਦੇ ਗੁਰੂ ਦੇ ਦਰ ਦੀ ਸੇਵਾ, ਆ ਸਮਾਜ ਦੀ ਸੇਵਾ, ਦੋ ਸੇਵਾ ਨੇ। ਇੱਕ ਗੁਰੂ ਦੇ ਦਰ ਦੀ ਸੇਵਾ ਹੈ, ਇੱਕ ਆ ਸਮਾਜ ਦੀ ਸੇਵਾ ਹੈ। ਸਮਾਜ ਦੀ ਸੇਵਾ ਹੀ ਗੁਰੂ ਦੇ ਦਰ ਦੀ ਸੇਵਾ ਹੈ। ਇਹ ਸੇਵਾ ਕਮਾ, ਫਿਰ ਕੀ ਹੋਵੇਗਾ? ਫਿਰ ਰਸਤਾ ਬਣ ਜਾਵੇਗਾ। ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਹਿ ਬੈਸਣ ਪਾਈ ਹੈ। ਫਿਰ ਗੁਰੂ ਨੇ ਗੋਦ 'ਚ ਬਿਠਾਉਣਾ ਹੈ, ਨਹੀਂ ਤਾਂ ਰਸਤੇ ਬੰਦ ਰਹਿ ਜਾਣਗੇ। ਫਿਰ ਐਵੇਂ ਸੰਸਾਰ 'ਤੇ ਆਇਆ, ਬਸ ਗੇੜਾ ਮਾਰ ਕੇ ਮੁੜ ਗਿਆ, ਇਉਂ ਕਹਿ ਲਓ। ਜਿਵੇਂ ਬੰਦਾ ਖੇਤ ਗਿਆ, ਉਹ ਲੈਣ ਤਾਂ ਗਿਆ ਸੀ ਉੱਥੇ ਕੋਈ ਹਰਾ ਚਾਰਾ ਜਾਂ ਕੋਈ ਬਹੁਤ ਜ਼ਰੂਰੀ ਕੰਮ, ਸਬਜ਼ੀ ਵਗੈਰਾ। ਉਹ ਜਦੋਂ ਘਰ ਮੁੜ ਕੇ ਆਇਆ, ਫਿਰ ਘਰ ਵਾਲੇ ਪੁੱਛਦੇ ਨੇ ਵੀ ਤੂੰ ਲਿਆਇਆ ਜਿਹੜਾ ਕੁਛ ਤੈਨੂੰ ਆਖਿਆ ਸੀ ਵੀ ਤੁਸੀਂ ਖੇਤ ਗਏ ਸੀ? ਕਹਿੰਦਾ ਨਹੀਂ, ਮੈਂ ਤਾਂ ਇਸੇ ਤਰ੍ਹਾਂ ਮੁੜ ਆਇਆ। ਕਹਿੰਦੇ ਫਿੱਟੇ ਮੂੰਹ ਹੈ ਤੇਰੇ, ਜਿਹੜੇ ਕੰਮ ਨੂੰ ਆਖਿਆ ਸੀ ਉਹ ਤਾਂ ਕਰਕੇ ਹੀ ਨਹੀਂ ਆਇਆ। ਇਸੇ ਤਰ੍ਹਾਂ ਗੁਰੂ ਨੇ ਪੁੱਛਣਾ ਵੀ ਸੰਸਾਰ 'ਤੇ ਗਿਆ ਸੀ ਗੇੜਾ ਕੱਢਣ, ਕੀ ਕਰਕੇ ਆਇਆ? ਨਿਤਨੇਮ ਦੀ ਪੂੰਜੀ, ਸੇਵਾ ਦੀ ਪੂੰਜੀ ਹੈ ਤੇਰੇ ਕੋਲ? ਇਉਂ ਭਾਈ ਆਦਮ ਸੇਵਾ ਕਮਾ ਰਿਹਾ। ਵਿਆਹ ਹੋਏ ਨੂੰ ਹੋ ਗਏ 20 ਸਾਲ। ਵਾਹਿਗੁਰੂ ਦਾ ਸ਼ੁਕਰਾਨਾ ਕਰੀਏ, ਕਿਉਂਕਿ ਬਹੁਤੀਆਂ ਚੀਜ਼ਾਂ ਦਾ ਬੰਦੇ ਨੂੰ ਪਤਾ ਹੁੰਦਾ, ਬਹੁਤੀਆਂ ਦਾ ਨਹੀਂ ਪਤਾ ਹੁੰਦਾ। ਬੰਦਾ ਜਦੋਂ ਗੁਰੂ ਨਾਲੋਂ ਟੁੱਟ ਜਾਂਦਾ ਹੈ, ਇਹਦਾ ਸੁਭਾਅ ਬਣ ਜਾਂਦਾ ਰੋਣ ਦਾ। ਇਹ ਰੋਂਦਾ ਹੈ। ਕੀ ਰੋਂਦਾ ਹੈ? 7 ਲੱਖ ਦੀ ਫਸਲ ਹੋ ਗਈ। 7 ਲੱਖ ਰੁਪਈਆ ਕੋਈ ਥੋੜ੍ਹੀ ਚੀਜ਼ ਨਹੀਂ ਹੈ। 7 ਲੱਖ ਦੀ ਫਸਲ ਹੋ ਗਈ, ਰੋਂਦਾ ਹੈ, ਕਹਿੰਦਾ ਹਾਏ ਐਤਕੀ ਤਾਂ ਕੁਛ ਵੀ ਨਹੀਂ ਹੋਇਆ। ਆਖੋ ਸਤਨਾਮ ਸ਼੍ਰੀ। ਰੋਂਦਾ 7 ਲੱਖ ਦੀ ਫਸਲ, ਕਹਿੰਦਾ ਹੋਈ ਨਹੀਂ ਕੁਛ। ਤੰਦਰੁਸਤੀ ਹੈ, ਕਿਸੇ ਡਾਕਟਰ ਕੋਲ ਨਹੀਂ ਜਾਣ ਦੀ ਲੋੜ, ਕਿਸੇ ਵੈਦ ਕੋਲ ਜਾਣ ਦੀ ਲੋੜ ਨਹੀਂ, ਤੰਦਰੁਸਤ ਹੈ, ਫਿਰ ਵੀ ਰੋਂਦਾ ਹੈ, ਕਹਿੰਦਾ ਟਾਈਮ ਕੱਢਣਾ ਹੀ ਔਖਾ ਹੋ ਰਿਹਾ ਹੈ। ਕਦੇ PGI ਗੇੜਾ ਲਾਇਆ ਹੀ, ਫਿਰ ਪਤਾ ਲੱਗ ਜੂ ਵੀ ਟਾਈਮ ਕਿਵੇਂ ਨਿਕਲਦਾ ਹੈ। ਮੈਂ ਕਹਿਣਾ ਹੁੰਦਾ ਲੋਕਾਂ ਨੂੰ ਹੱਥ ਬੰਨ ਬੰਨ ਕੇ, ਉਹ ਜਿਹਦਾ ਛੋਟੀ ਮੋਟੀ ਦਵਾਈ ਨਾਲ ਸਰੀਰ ਭੱਜਿਆ ਫਿਰਦਾ ਨਾ, ਖੁਸ਼ ਰਿਹਾ ਕਰੋ, ਛਾਲਾਂ ਮਾਰਿਆ ਕਰੋ, ਉਹਨੂੰ ਰੋਗ ਨਾ ਮੰਨਿਆ ਕਰੋ। 2-4 ਗੋਲੀਆਂ ਦਿਨ 'ਚ ਲੈਣੀਆਂ ਪੈ ਗਈਆਂ, ਨਿਰਾਸ਼ ਨਾ ਹੋ ਜਿਓ, ਤੁਸੀਂ ਅਜੇ ਵੀ ਤੰਦਰੁਸਤ ਹੋ। ਉਹ ਲੋਕ ਜਿਨ੍ਹਾਂ ਦੇ 10-10 ਸਾਲ ਹੋ ਗਏ, ਲੱਤਾਂ ਦੇ ਨਾਲ ਇੱਟਾਂ ਬੰਨੀਆਂ ਨੂੰ ਲੰਮੇ ਪਏ ਨੇ, ਫੱਟੇ ਬਣ ਗਏ, ਫੱਟੇ, ਨਾ ਬੈਠਿਆ ਜਾਂਦਾ ਨਾ ਉੱਠਿਆ ਜਾਂਦਾ, ਉਹ ਹੁੰਦੇ ਨੇ ਰੋਗ। ਫਿਰ ਇਹ ਰੋਣ ਲੱਗ ਜਾਂਦਾ, ਇਹਨੂੰ ਪਤਾ ਨਹੀਂ ਹੁੰਦਾ ਵੀ ਮੈਂ ਸ਼ੁਕਰਾਨਾ ਕਿਵੇਂ ਕਰਨਾ। ਭਾਈ ਵਾਹਿਗੁਰੂ ਜੋ ਦਿੰਦਾ ਹੈ, ਤੰਦਰੁਸਤੀ ਦਿੱਤੀ ਹੈ ਤਾਂ ਸ਼ੁਕਰਾਨਾ ਕਰੋ ਸੱਚੇ ਪਾਤਸ਼ਾਹ। ਐਸੇ ਤਰ੍ਹਾਂ ਸਰੀਰ ਤੰਦਰੁਸਤ ਰਹੇ, ਸੋਹਣੇ ਦਿਨ ਲੰਘ ਜਾਂਦੇ ਨੇ। ਜੋ ਕਮਾਈ ਵਾਹਿਗੁਰੂ ਜੋ ਆਪਾਂ ਨੂੰ ਬਖਸ਼ਿਸ਼ਾਂ ਕਰਦਾ ਹੈ, ਉਹਦੇ 'ਚ ਰੱਜਣਾ ਸਿੱਖੋ, ਰੋਣਾ ਨਹੀਂ। ਰੱਜ ਆ ਗਿਆ ਭਗਤ ਰਵਿਦਾਸ ਨੂੰ ਛੱਪਰੀ 'ਚ, ਰੱਜ ਗਿਆ। ਉਹਦੇ ਕੋਲ ਸਬਰ ਸੀ, ਉਹਦੇ ਕੋਲੇ ਸੰਤੋਖ ਸੀ, ਕਹਿੰਦਾ ਮੇਰੇ ਵਰਗਾ ਕੋਈ ਰਾਜਾ ਹੀ ਨਹੀਂ ਹੈ ਫਿਰ ਦੁਨੀਆ 'ਤੇ। ਪਾਤਸ਼ਾਹਾਂ ਦਾ ਪਾਤਸ਼ਾਹ ਬਣ ਗਿਆ ਭਗਤ ਰਵਿਦਾਸ। ਰੱਜ ਨਹੀਂ ਆਇਆ ਕੌਰੂ ਬਾਦਸ਼ਾਹ ਨੂੰ। ਕੌਰੂ ਬਾਦਸ਼ਾਹ ਸਿੰਘਾਸਣ 'ਤੇ ਬੈਠਾ, ਦੁਨੀਆ ਦਾ ਬਾਦਸ਼ਾਹ ਹੈ। ਅਤੇ ਜਦੋਂ ਲੋਭ ਵਾਲੀ ਭੁੱਖ ਵੱਧ ਗਈ ਨਾ, ਰੋਂਦਾ ਹੀ ਰਿਹਾ, ਕਹਿੰਦਾ ਹਾਏ ਖਜ਼ਾਨੇ ਖਾਲੀ, ਖਜ਼ਾਨੇ ਖਾਲੀ। ਜਿਵੇਂ ਹੁਣ ਵੀ ਆਖੀ ਜਾਂਦੇ ਨੇ ਨਾ, ਕਹਿੰਦੇ ਖਜ਼ਾਨੇ 'ਚ ਕੱਖ ਨਹੀਂ, ਕਿਉਂਕਿ ਉਹ ਰੱਜੇ ਨਹੀਂ।
ਭੁੱਖ ਬਹੁਤੀ ਜ਼ਿਆਦਾ ਹੈ, ਲੋਭੀ ਨੇ, ਹਲਕਾ ਚੜ੍ਹਿਆ ਹੋਇਆ। ਤੇ ਫਿਰ ਕੌਰੂ ਬਾਦਸ਼ਾਹ ਨੇ ਇਸਲਾਮ ਮਤ ਦੇ ਵਿੱਚ ਜਿਹੜਾ ਜਦੋਂ ਕੋਈ ਚੜ੍ਹਾਈ ਕਰ ਜਾਂਦਾ ਉਹਨੂੰ ਕਬਰਾਂ ਵਿੱਚ ਦੱਬ ਦਿੰਦੇ ਨੇ। ਕਬਰ ਵਿੱਚ ਦੱਬਣ ਵੇਲੇ ਉਸ ਵੇਲੇ ਦਾ ਰਿਵਾਜ ਸੀ ਵੀ ਉਹਦੇ ਮੂੰਹ ਦੇ ਵਿੱਚ ਚਾਂਦੀ ਦਾ ਰੁਪਈਆ ਪਾ ਦਿੰਦੇ ਸੀ। ਤੇ ਇਹਨੂੰ ਕਿਤੋਂ ਭਿਣਕ ਲੱਗ ਗਈ ਵੀ ਮੁਰਦਿਆਂ ਦੇ ਮੂੰਹ 'ਚ ਚਾਂਦੀਆਂ ਦੇ ਰੁਪਈਏ ਨੇ। ਦੁਨੀਆ ਭਰ ਦੀਆਂ ਕਬਰਾਂ ਪਟਾ ਲੀਆਂ ਸੀ, ਚਾਂਦੀਆਂ ਦੇ ਰੁਪਈਏ ਕਢਾ ਲਏ ਸੀ ਇਹਨੇ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਫਿਰ ਇਹਨੂੰ ਤਾਨਾ ਮਾਰਿਆ ਸੀ, ਕਹਿੰਦੇ ਸਾਡੀਆਂ ਤੈਨੂੰ ਠੀਕਰੀਆਂ ਇਹ ਤੇ ਤੂੰ ਹੱਸਦਾ ਹੈ, ਜਿਹੜੀ ਤੂੰ ਇਕੱਠੀ ਕੀਤੀ ਹੈ ਮੁਰਦਿਆਂ ਦੇ ਮੂੰਹ 'ਚੋਂ ਕਢਾ ਕੇ ਉਹ ਕੀ ਹੈ, ਤੇਰੇ ਨਾਲ ਜਾਊਗੀ। ਬਸ ਇੱਕੋ ਹੀ ਬਾਣ ਮਾਰਿਆ ਸੀ, ਨਟਾਲ ਹੋ ਕੇ ਡਿੱਗ ਪਿਆ। ਗੁਰੂ ਦੇ ਚਰਨ ਫੜ ਲਏ ਸੀ ਕੌਰੂ ਬਾਦਸ਼ਾਹ ਨੇ। ਸੋ ਕਹਿਣ ਤੋਂ ਭਾਵ ਸਾਨੂੰ ਰੱਜ ਆਉਣਾ ਚਾਹੀਦਾ, ਸਾਨੂੰ ਸਬਰ ਤੇ ਸੰਤੋਖ ਸੰਤੁਸ਼ਟੀ ਹੋਣੀ ਚਾਹੀਦੀ ਹੈ। ਜਿੱਥੇ ਜਿੱਥੇ ਵਾਹਿਗੁਰੂ ਨੂੰ ਚੰਗਾ ਲੱਗਿਆ ਉੱਥੇ ਉੱਥੇ ਦਾ ਆਪਣਾ ਜਨਮ ਹੈ। ਜਿੱਥੇ ਜਿੱਥੇ ਵਾਹਿਗੁਰੂ ਨੂੰ ਚੰਗਾ ਲੱਗਿਆ ਉੱਥੇ ਉੱਥੇ ਆਪਣੀਆਂ ਰਿਸ਼ਤੇਦਾਰੀਆਂ ਨੇ, ਉਹੀ ਆਪਣੇ ਭੈਣ ਭਰਾ ਬਣਾਏ ਨੇ। ਇਹ ਖੇਡ ਲੀਲਾ ਵਾਹਿਗੁਰੂ ਦੀ, ਉਹਦੇ 'ਚ ਜਿਉਣ ਦਾ ਢੰਗ ਸਿੱਖੀਏ, ਤੜਫਣਾ ਨਹੀਂ। ਤੜਫਣ ਵਾਸਤੇ ਆਪਾਂ ਨਹੀਂ ਆਏ ਸੰਸਾਰ 'ਤੇ। ਗੁਰੂ ਦੀ ਬਾਣੀ ਠੰਡ ਦਿੰਦੀ ਹੈ। ਚੰਦਨ ਚਾਂਦਨਾ ਸਰਦ ਰੁੱਤ, ਮੂਲ ਨਾ ਮਿਟਈ ਘਾਮ, ਸੀਤਲ ਥੀ ਵੈ ਨਾਨਕਾ, ਜਪੰਦੜੋ ਹਰ ਨਾਮ। ਕਲ ਤਾਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ। ਬੰਦਿਆ ਤੂੰ ਵਾਹਿਗੁਰੂ ਦੇ ਨਾਮ ਨਾਲ ਜੁੜ, ਸਦਾ ਵਾਸਤੇ ਸੁਖੀ ਹੋ ਜਾਵੇਗਾ, ਸਦਾ ਵਾਸਤੇ। ਕਿਉਂਕਿ ਅੰਦਰ ਦੀ ਠੰਡ, ਅੰਦਰ ਦੀ ਤਪਸ਼ ਨੂੰ ਜੇ ਕੋਈ ਮਿਟਾਉਂਦਾ ਹੈ ਤਾਂ ਗੁਰੂ ਦੀ ਬਾਣੀ ਸੇਵਾ ਤੇ ਸਿਮਰਨ ਮਿਟਾਉਂਦਾ ਹੈ। ਇਹ ਤੋਂ ਬਗੈਰ ਅੰਦਰ ਦੀ ਤਪਸ਼ ਕਿਸੇ ਦੀ ਮਿਟੀ ਨਹੀਂ ਹੈ। ਇਤਿਹਾਸ ਪੜ੍ਹ ਲਓ, ਇਹ ਤਪਸ਼ ਹੀ ਐਸੀ ਹੈ। ਤਾਂ ਉੱਥੇ ਭਾਈ ਆਦਮ ਦਾ ਜਦੋਂ ਇਹ ਸਮਾਂ ਲੰਘਿਆ, 20-21 ਸਾਲ ਸ਼ਾਦੀ ਨੂੰ ਲੰਘ ਗਏ, ਤੇ ਹੁੰਦਾ ਮਨ ਵਿੱਚ ਖਿਆਲ ਹੁੰਦਾ, ਭਾਵਨਾ ਹੁੰਦੀ ਹੈ ਕਿੱਥੇ ਨਹੀਂ ਬੰਦਾ ਜਾਂਦਾ। ਕਿਸੇ ਨੂੰ ਰੋਗ ਲੱਗ ਜਾਵੇ, ਕਿਸੇ ਦੇ ਘਰ, ਕਈਆਂ ਦੇ ਘਰ ਤਾਂ ਗੁਰਮੁਖੋ ਵਿਆਹ ਹੋਇਆ ਬੱਚਿਆਂ ਦਾ, ਸਾਲ ਬਾਅਦ ਹੀ ਪੁੱਤ ਖੇਡਦਾ ਹੁੰਦਾ ਹੈ। ਕਿਸੇ ਦੇ ਘਰ ਧੀ ਖੇਡਦੀ ਹੁੰਦੀ ਹੈ, ਕਿਸੇ ਦੇ ਘਰ ਦੋ ਖੇਡਦੇ ਨੇ, ਧੀ ਵੀ ਹੈ ਤੇ ਪੁੱਤ ਵੀ ਹੈ। ਪਰ ਐਸੇ ਵੀ ਲੋਕ ਨੇ ਸੰਸਾਰ 'ਤੇ ਜਿਨ੍ਹਾਂ ਨੂੰ ਧੀਆਂ ਮਿਲੀਆਂ, ਪੁੱਤ ਨਹੀਂ ਮਿਲਿਆ। ਬਹੁਤ ਲੋਕ ਨੇ ਐਸੇ ਜਿਨ੍ਹਾਂ ਦੇ ਘਰ ਧੀਆਂ ਨੇ ਇਕੱਲੀਆਂ, ਪੁੱਤ ਨਹੀਂ ਹੈਗਾ। ਪਰ ਇਹ ਤੋਂ ਵੀ ਅੱਗੇ ਹੈ, ਇੱਕ ਪਿੰਡ ਦੇ ਵਿੱਚ 2-4 ਭੈਣਾਂ ਧੀਆਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਗੋਦ ਵਿੱਚ ਨਾ ਧੀ ਤੇ ਨਾ ਪੁੱਤ ਹੈ ਹੀ ਨਹੀਂ, ਕੁੱਖ ਹੀ ਹਰੀ ਨਹੀਂ ਹੋਈ। ਇਹ ਗੋਡ ਗਿਫਟਾਂ ਨੇ, ਇਹ ਵਾਹਿਗੁਰੂ ਦੀਆਂ ਜਿਹੜੀਆਂ ਦਾਤਾਂ ਨੇ ਆਪਾਂ ਨੂੰ ਮਹਾਰਾਜ ਦਿੰਦੇ ਨੇ ਨਾ, ਇਹ ਵਾਹਿਗੁਰੂ ਦੇ ਘਰੋਂ ਤਰੁੱਠ ਕੇ ਮਿਲਦੀਆਂ ਨੇ। ਇਹ ਸਸਤੀਆਂ ਨਹੀਂ ਹੈਗੀਆਂ। ਜਿੰਨਾ ਸਸਤਾ ਆਪਾਂ ਮੰਨ ਲੈਂਦੇ ਹਾਂ ਨਾ, ਜਦੋਂ ਪੁੱਤ ਦਾ ਜਨਮ ਹੋਵੇ, ਧੀ ਦਾ ਜਨਮ ਹੋਵੇ, ਧੀ ਤੇ ਪੁੱਤ ਬਰਾਬਰ ਹੁੰਦੇ ਨੇ। ਇੱਕ ਸਮਝਣਾ ਦੋਨਾਂ ਨੂੰ, ਇਹਨਾਂ 'ਚ ਵਿਤਕਰਾ ਨਹੀਂ ਕਰਨਾ। ਓਨਾ ਹੀ ਪਿਆਰ ਧੀ ਨੂੰ ਦਿਓ, ਓਨਾ ਹੀ ਪਿਆਰ ਪੁੱਤ ਨੂੰ ਦਿਓ। ਤੇ ਫਿਰ ਸਾਧ ਸੰਗਤ ਇਹ ਆਪਾਂ ਨੂੰ ਸ਼ੁਕਰਾਨਾ ਕਰਨਾ ਚਾਹੀਦਾ ਤੇ ਵਾਹਿਗੁਰੂ ਨੂੰ ਅਰਦਾਸ ਕਰਨੀ ਚਾਹੀਦੀ ਹੈ, ਸੱਚੇ ਪਾਤਸ਼ਾਹ ਜਿੱਥੇ ਪੁੱਤ ਬਖਸ਼ਿਆ, ਧੀ ਬਖਸ਼ੀ ਹੈ, ਉੱਥੇ ਇਹ ਸ਼ੁਭ ਗੁਣਾਂ ਵਾਲਾ ਹੋਵੇ, ਚੰਗੇ ਗੁਣਾਂ ਵਾਲਾ ਹੋਵੇ, ਗੁਰਮੱਤ ਦਾ ਧਾਰਨੀ ਬਣੇ, ਸੇਵਾ ਸਿਮਰਨ ਕਰਨ ਵਾਲਾ ਹੋਵੇ, ਲੰਮੀਆਂ ਉਮਰਾਂ ਵਾਲਾ ਹੋਵੇ, ਪਰਉਪਕਾਰੀ ਹੋਵੇ। ਤੇ ਜੇ ਬੱਚਾ ਤਾਂ ਪੁੱਤ ਤਾਂ ਹੋ ਗਿਆ, ਆਪਾਂ ਗੁਣੀ ਨਾ ਮੰਗੇ, ਗੁਰਮਤੀ ਨਾ ਮੰਗੀ ਗੁਰੂ ਕੋਲੋਂ। ਜੇ ਫਿਰ ਉਹ ਨਲਾਇਕ ਨਿਕਲ ਜਾਵੇ ਭਲਾ, ਫਿਰ ਹੈ ਨਹੀਂ ਦੁਨੀਆ ਤੇ ਕਿੰਨੇ ਪੁੱਤ ਨਲਾਇਕ। ਮੰਗਿਆ ਕਰੋ ਗੁਰੂ ਤੋਂ, ਪਾਤਸ਼ਾਹ ਤੰਦਰੁਸਤੀ ਦਿਓ ਪੁੱਤ ਨੂੰ, ਸੋਹਣੀ ਮੱਤ ਦਿਓ ਪੁੱਤ ਨੂੰ। ਇਹ ਵੀ ਤਾਂ ਮੰਗੋ ਨਾ, ਪਰ ਮੰਗੂਗਾ ਉਹੀ ਜਿਹਨੂੰ ਆਪ ਮੱਤ ਹੈ। ਹੁਣ ਜਿਹਨੇ ਸਾਰੀ ਜ਼ਿੰਦਗੀ ਸੱਜੇ ਖੱਬੇ ਲੰਘਾਤੀ, ਗੁਰੂ ਵਾਲੇ ਪਾਸੇ ਜੁੜੇ ਹੀ ਨਹੀਂ, ਉਹ ਕਿਵੇਂ ਮੰਗ ਲੂਗਾ? ਉਹ ਮੰਗ ਹੀ ਨਹੀਂ ਸਕਦਾ। ਮੰਗਣਾ ਸਿੱਖੀਏ ਗੁਰੂ ਦੇ ਕੋਲੋਂ, ਗੁਰੂ ਦੇ ਕੋਲੋਂ ਸੋਹਣੀ ਮੱਤ ਮੰਗੀਏ ਆਪਾਂ। ਗੁਰੂ ਬਖਸ਼ਦਾ ਹੈ, ਗੁਰੂ ਦਾਤਾ ਹੈ, ਸਦ ਬਖਸ਼ੰਦ ਹੈ, ਮਿਹਰਬਾਨ ਹੈ, ਦਿਆਲੂ ਹੈ, ਕਿਰਪਾਲੂ ਹੈ, ਬਖਸ਼ ਦਿੰਦੇ ਨੇ ਸਤਿਗੁਰ ਜੀ। ਸੋ ਭਾਈ ਆਦਮ ਨਿਰਾਸ਼ ਨਹੀਂ ਹੈ, ਜਿੱਥੇ ਕੋਈ ਦੱਸਦਾ ਉੱਥੇ ਚਲਿਆ ਜਾਂਦਾ ਹੈ। ਕਿਉਂਕਿ ਇੱਕ ਦੁਖੀ ਬੰਦਾ, ਇੱਕ ਜਿਹਦੇ ਘਰੇ ਧੀ ਪੁੱਤ ਦੀ ਦਾਤ ਹੈ ਨਹੀਂ, ਉਹਨੂੰ ਜੇ ਕੋਈ ਅੱਧੀ ਰਾਤ ਵੀ ਆਖੇ ਫਲਾਣਾ ਸਿਆ ਫਲਾਣੀ ਥਾਂ ਤੇ ਪੁੱਤ ਮਿਲਦਾ, ਧੀ ਮਿਲਦੀ ਹੈ, ਉਹ ਆਖੂਗਾ ਹੁਣੀ ਚੱਲ ਮੇਰੇ ਨਾਲ, ਆ ਮੈਂ ਤਾਂ ਤਿਆਰ ਹਾਂ। ਕਿਉਂਕਿ ਉਹਦੇ ਅੰਦਰ ਦੀ ਉਮੰਗ ਹੈ, ਉਹਦੇ ਅੰਦਰ ਦੀ ਭਾਵਨਾ ਹੈ, ਮੇਰੇ ਘਰ ਵਿੱਚ ਜਲਦੀ ਬੱਚਾ ਖੇਡੇ। ਜੇ ਕੋਈ ਰੋਗੀ ਹੈ, ਕਿਤੋਂ ਦਵਾਈ ਬੂਟੀ ਨਹੀਂ ਲੱਗਦੀ, ਆਪਾਂ ਫਿਰ ਪਿਆਰ ਵਿੱਚ ਦੱਸਦੇ ਹਾਂ ਵੀ ਫਲਾਣੀ ਥਾਂ ਕੋਈ ਵੈਦ ਹੈ, ਫਲਾਣੀ ਥਾਂ ਕੋਈ ਡਾਕਟਰ ਹੈ। ਉਹ ਕਹਿੰਦਾ ਭਰਾਵਾ ਬੈਠ ਮੇਰੇ ਨਾਲ ਗੱਡੀ 'ਚ, ਮੈਨੂੰ ਜਲਦੀ ਲੈ ਕੇ ਚੱਲ। ਭਾਵ ਬੰਦਾ ਕਿੱਥੇ ਕਿੱਥੇ ਨਹੀਂ ਜਾਂਦਾ। ਭਾਈ ਆਦਮ ਸਾਰੀਆਂ ਥਾਵਾਂ 'ਤੇ ਘੁੰਮਿਆ, ਬੜੀਆਂ ਥਾਵਾਂ 'ਤੇ ਗਿਆ। ਅੱਜ ਗੁਰੂ ਰਾਮਦਾਸ ਮਹਾਰਾਜ, ਸਤਿਗੁਰੂ ਸੱਚੇ ਪਾਤਸ਼ਾਹ ਆਪਣਾ
एक सिख बुलाया महाराज ने कोल, ब्रह्म ज्ञानी गुरसिख सी। पत्रिका दिती भी गुरसिख फिरोजपुर तो अगे साडा सिख है, उन्होंने ये पत्रिका दे के आनी है, तो प्यार नाल आखी भी तैनूं गुरु जी ने याद किया है। वो गुरसिख सतगुरां तो पत्रिका लैके चलिया गया। ये बिंजू पिंड विचों दी लंघ के गया, बिंजू पिंड विचों दी लंघ के गया तो पत्रिका दे के गुरसिख नूं वापस मुड़िया आउंदा है। इतिहास कहता है जदों वापस मुड़ के आया बिंजू पिंड आके इस गुरसिख नूं रात पै गई, शाम हो गई, थक गया। तुहाडे वर्गे सियाणे सज्जण बैठे सी नगर तो बाहर बाहर, तो उस वेले उन्हां कोल खड़ के वो गुरसिख कहण लग्या भी प्यारिओ मैं थक भी गया, उपरों शाम पैगी, मेरा नितनेम का वेला होया, मैनूं भुख भी लगी है, मैं तुहाडे नगर विच रात कटनी है, तो मैनूं कोई ऐसी जगह दसो जिथे मेरी सोहनी रात लंघ जावे तुहाडे नगर विच। विचों कहण लगे अपनी अपनी मत। आपां ना कई वारी जदों तुरे जाने आ, अगे रस्ता नहीं आपां नूं पता हुंदा, उत्थे 5-10 बंदे खड़े होण, वैसे तो ना 10 बंदिਆਂ नूं रस्ता नहीं पुछना चाहिए, रस्ता पुछो जे 1-2 बंदे खड़े ने, वो 10 ही बंदे दसन लग जाते हैं रस्ता, किसी का नहीं सुनता भी किहड़ा की आख रहा है, इत्थों तू इउं नूं वग जी, इत्थों इउं नूं वग जी, बंदा उलझ जाता है। इस तरह वो जिहड़े 10-15 बंदे बैठे सी ना, वो उस गुरसिख नूं ब्रह्म ज्ञानी नूं कहण लगे, कहंदे फलाणा साडे उत्थे धर्मशाला है, उत्थे सांझी जगह है, उहदे च हैगा कमरा बनया होया, तू उत्थे रात कट लै। एक कोई 2 सज्जण सियाणे बैठे सी पिंड दे, वो कहंदे कमलिओ सोहना बीबा दाड़ा, चेहरे दे दर्शन करके भुख लैंदी है, ये तो कोई रब दा प्यारा जापदा है, इनू इस तरह धर्मशाला च छड्डोगे तुसीं? नहीं, इस तरह का ये बंदा नहीं है। इउं करो अपने पिंड दे विच वेखो भाई आदम, वो आए गए दी बड़ी खुशी नाल सेवा करदा है। प्यारिओ गुरसिख नूं एक पानी का गिलास पिया दईए ना, पानी का गिलास किड्डा वड्डा पुन्न है, पानी का गिलास पिआउण दा, पर अंदर भावना होवे, अंदर प्यार होवे, ते फिर कहंदे ये इस तरह वो भाई आदम दे घर लैके जाओ। वो जिहड़े सियाणे बंदे सी ना, कदरवान, जिहड़े हीरे दी परख करदे ने, नहीं तो बहुते ऐसे भी ने गुरमुखो जिहड़े चंगे चंगे बंदियां दे पिछे पै जांदे ने ते वो सच दा झूठ बना दिंदे ने। इत्थे कदर होनी चाहिदी है परमेश्वर दे नाम दी ते परमेश्वर दे प्यारियां दी, नहीं तो ज़्यादातर संसार इस तरह का वेख्या जाता है। कौडियां खरीदण वाले लालां दी नासार जाणदे, जेड़े कौडियां खरीदण वाले लालां दी नासार जाणदे। कौडियां खरीदण वाले लालां दी नासार जाणदे, जेड़े 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 कौडियां खरीदण वाले खरीदण लालां दी नासार जाणदे, कौडियां खरीदण वाले लालां दी नासार जाणदे। कौडियां खरीदण वाले लालां दी नासार जाणदे, जेड़े कौडियां खरीदण वाले लालां दी नासार जाणदे, जेड़े कौडियां खरीदण वाले लालां दी नासार जाणदे,
कोई जान दो, जिन्ना भाग मथा है। जिन्ना भाग मथा से नानक हर रंग मान दो, साईं नाम अमोल। उस वाहिगुरु का जिहड़ा नाम है, उस वाहिगुरु जिहड़े प्यारे ने, बड़े अमोलक, बड़ियां अमोलक वस्तुआं ने, बिरले बिरले ने जिहड़े उन्हां दी कीमत नूं जाण लैंदे ने। क्योंकि हीरे दी परख जौहरी नूं हो सकदी है, घुमिआर तां पत्थर समझ के खोते दे गल विच पा दिंदा है। ਇਹ ਵੀ ਕਿਤੇ ਸਾਡੀ ਹਾਲਤ ਹੋਈ ਹੋਈ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਰ ਨੂੰ ਜਾਣਿਆ ਨਹੀਂ, ਕੀਮਤ ਨੂੰ ਜਾਣਿਆ ਨਹੀਂ। ਇਸੇ ਕਰਕੇ ਸਾਨੂੰ ਲੱਗਦਾ ਵੀ ਸ਼ਾਇਦ ਨਾਮ ਜਪਣਾ, ਬਾਣੀ ਪੜ੍ਹਨਾ ਸਾਡਾ ਕੰਮ ਹੀ ਹੈ ਨਹੀਂ। ਤਾਂਹੀਓ ਜ਼ਿੰਦਗੀਆਂ ਲੰਘ ਗਈਆਂ ਇਸੇ ਤਰ੍ਹਾਂ। ਬਹੁਤ ਦੁਨੀਆ ਖਾਲੀ ਹੱਥ ਤੁਰ ਗਈ ਸੰਸਾਰ ਤੋਂ। ਸੋ ਵੇਲਾ ਹੁੰਦਾ, ਇਹਨੂੰ ਸੰਭਾਲਣਾ ਚਾਹੀਦਾ। ਉਸ ਵੇਲੇ ਉਹ ਜਿਹੜੇ ਸਿਆਣੇ ਸੱਜਣ ਸੀ, ਉਹ ਬ੍ਰਹਮ ਗਿਆਨੀ ਗੁਰਸਿੱਖ ਨੂੰ ਕਹਿੰਦੇ, ਬਾਬਾ ਚੱਲ ਸਾਡੇ ਨਾਲ, ਅਸੀਂ ਤੈਨੂੰ ਭਾਈ ਆਦਮ ਦਾ ਘਰ ਦੱਸਦੇ ਹਾਂ। ਉਹ ਆਏ ਗਏ ਸਾਧੂ ਸੰਤ ਦੀ ਬੜੀ ਰੀਝ ਨਾਲ ਸੇਵਾ ਕਰਦਾ ਹੈ, ਬੜੇ ਪਿਆਰ ਨਾਲ ਸੇਵਾ ਕਰਦਾ ਹੈ। ਅਤੇ ਉਹ ਚਲੇ ਗਏ, ਨਾਲ ਤੁਰੇ ਜਾਂਦੇ ਨੇ। ਅੱਗੇ ਉਹਨਾਂ ਨੂੰ ਭਾਈ ਆਦਮ ਜਿਹੜਾ ਸੀ ਖੇਤੋਂ ਹਲ ਵਾਹ ਕੇ ਆਇਆ ਸੀ। ਸੋਹਣੇ ਬਲਦ ਪੰਜਾਲੀ ਪਾਈ ਆ ਅਤੇ ਹਲ ਉਹਨੇ ਨਾੜਾਂ ਦੇ ਵਿੱਚ ਟੰਗਿਆ ਹੋਇਆ ਅਤੇ ਪਸੀਨੋ ਪਸੀਨੀ ਹੋਇਆ, ਲੱਤਾਂ ਨੂੰ ਮਿੱਟੀ ਲੱਗੀ ਹੈ। ਉਹ ਬਜ਼ੁਰਗਾਂ ਨੇ ਵੇਖ ਕੇ ਕਹਿੰਦੇ, ਬਾਬਾ ਉਹ ਸਾਹਮਣੇ ਜਿਹੜਾ ਬਲਦਾਂ ਨੂੰ ਲਈ ਆਉਂਦਾ ਨਾ, ਬਸ ਉਹ ਆਪਣੇ ਘਰ ਨੂੰ ਉਹਨੇ ਬਲਦ ਮੋੜ ਲਏ, ਉਹੀ ਘਰ ਉਹਦਾ, ਅਤੇ ਉੱਥੇ ਚਲਿਆ ਜਾ, ਤੇਰੀ ਰਾਤ ਬੜੀ ਸੋਹਣੀ ਲੰਘੂਗੀ। ਅਤੇ ਸਾਧ ਸੰਗਤ ਉਹ ਬਜ਼ੁਰਗ ਤਾਂ ਕਹਿ ਕੇ ਮੁੜ ਗਏ। ਬ੍ਰਹਮ ਗਿਆਨੀ ਗੁਰਸਿੱਖ ਇੰਨੇ ਨੂੰ ਅਜੇ ਉਹਨੇ ਬਲਦਾਂ ਤੋਂ ਹਾਲੀ ਲਾਹਿਆ, ਪੰਜਾਲੀ ਤਾਰਨ ਦੀ ਜਿਹੜੀ ਖੇਚਲ ਕਰ ਰਿਹਾ ਸੀ, ਇੰਨੇ ਨੂੰ ਇਹ ਗੁਰਸਿੱਖ ਪਿੱਛੇ ਜਾ ਖੜਿਆ। ਕਹਿੰਦੇ ਭਾਈ ਆਦਮ ਦਾ ਘਰ ਇਹੋ ਹੀ ਹੈ। ਜਦੋਂ ਭਾਈ ਆਦਮ ਨੇ ਮੁੜ ਕੇ ਵੇਖਿਆ ਵੀ ਬੀਬਾ ਦਾੜਾ, ਚਿਹਰੇ ਦਾ ਨੂਰ, ਇਹ ਤਾਂ ਕੋਈ ਪਰਮੇਸ਼ਰ ਨੇ ਆਪ ਹੀ ਭੇਜ ਦਿੱਤਾ, ਰੱਬ ਦਾ ਪਿਆਰਾ। ਅਤੇ ਨੱਚਣ ਲੱਗ ਗਿਆ, ਥਕੇਵਾਂ ਉਤਰ ਗਿਆ। ਗੁਰਮੁਖੋ ਹਲ ਵਾਹ ਕੇ, ਆਪਾਂ ਨੂੰ ਪਤਾ ਹੈ ਨਾ, ਤੁਸੀਂ ਵੀ ਹਲ ਵਾਹੁਣ ਵਾਲੇ ਬੈਠੇ ਹੋ ਵਿੱਚ ਸਿਆਣੇ ਸੱਜਣ। ਦਾਸ ਨੇ ਵੀ 5-6 ਸਾਲ ਬੜਾ ਹਲ ਵਾਹਿਆ। ਹਲ ਦੀਆਂ ਬਰੀਕੀਆਂ ਬਾਰੇ ਮੈਨੂੰ ਚੰਗੀ ਤਰ੍ਹਾਂ ਪਤਾ ਹੈ। ਉਹ ਸਮੇਂ ਨੂੰ ਯਾਦ ਕਰਕੇ ਬੜਾ ਬੀਬਾ ਸਮਾਂ ਸੀ, ਸਤਯੁਗ ਦਾ ਸਮਾਂ ਸੀ, ਆਨੰਦ ਬਣ ਜਾਂਦਾ ਸੀ। ਅਤੇ ਹਲ ਵਾਹ ਕੇ ਥਕੇਵਾਂ ਤਾਂ ਹੋ ਹੀ ਜਾਂਦਾ ਸੀ ਨਾ ਸ਼ਾਮ ਨੂੰ। ਪਰ ਜਦੋਂ ਰੱਬ ਦੇ ਪਿਆਰੇ ਦੇ ਕੀਤੇ ਦਰਸ਼ਨ ਨਾ, ਭਾਈ ਆਦਮ ਨੱਚਣ ਲੱਗ ਗਿਆ। ਨੱਚਣ, ਥਕੇਵਾਂ ਲੈ ਗਿਆ ਸਾਰਾ, ਭੁੱਲ ਹੀ ਗਿਆ ਵੀ ਕਿੱਲਾ ਵਾਹ ਕੇ ਸੁਹਾਗੀ ਮਾਰ ਕੇ ਆਇਆ ਨਾ, ਭੁੱਲ ਗਿਆ। ਕੀ ਕਹਿੰਦਾ ਹੈ ਗੁਰਬਾਣੀ ਦੇ ਵਿੱਚੋਂ? ਕਹਿੰਦਾ ਹੈ, ਜਦੋਂ ਪੂਰਬਲਾ ਕਰਮ ਕੋਈ ਜਾਗਦਾ ਬਈ ਹੁੰਦਾ ਹੈ ਮਿਲਾਪ ਸੰਤਾਂ ਦਾ। ਜਦੋਂ ਪੂਰਬਲਾ ਕਰਮ ਕੋਈ ਹੁੰਦਾ ਹੈ ਮਿਲਾਪ ਸੰਤਾਂ ਦਾ। ਜਦੋਂ ਪੂਰਬਲਾ ਕਰਮ ਕੋਈ ਜਾਗਦਾ ਹੁੰਦਾ ਹੈ ਮਿਲਾਪ ਸੰਤਾਂ ਦਾ। ਜਦੋਂ ਪੂਰਬਲਾ ਕਰਮ ਕੋਈ ਜਾਗਦਾ ਹੁੰਦਾ ਹੈ ਮਿਲਾਪ ਸੰਤਾਂ ਦਾ। ਪੂਰਬਲਾ ਕਰਮ ਕੋਈ ਜਾਗਦਾ ਹੁੰਦਾ ਹੈ ਮਿਲਾਪ ਸੰਤਾਂ ਦਾ। ਜਦੋਂ ਪੂਰਬਲਾ ਕਰਮ ਕੋਈ ਜਾਗਦਾ ਹੁੰਦਾ ਹੈ ਮਿਲਾਪ ਸੰਤਾਂ ਦਾ। ਜਦੋਂ ਪੂਰਬਲਾ ਕਰਮ ਕੋਈ ਜਾਗਦਾ ਹੁੰਦਾ ਹੈ ਮਿਲਾਪ ਸੰਤਾਂ ਦਾ। ਜਦੋਂ ਪੂਰਬਲਾ ਕਰਮ ਕੋਈ ਜਾਗਦਾ ਹੁੰਦਾ ਹੈ ਮਿਲਾਪ ਸੰਤਾਂ ਦਾ। ਜਦੋਂ ਪੂਰਬਲਾ ਕਰਮ ਕੋਈ ਜਾਗਦਾ ਹੁੰਦਾ ਹੈ ਮਿਲਾਪ ਸੰਤਾਂ ਦਾ। ਜਦੋਂ ਪੂਰਬਲਾ ਕਰਮ ਕੋਈ ਜਾਗਦਾ ਹੁੰਦਾ ਹੈ ਮਿਲਾਪ ਸੰਤਾਂ ਦਾ। ਪੂਰਬਲਾ ਕਰਮ ਕੋਈ ਜਾਗਦਾ ਹੁੰਦਾ ਹੈ ਮਿਲਾਪ ਸੰਤਾਂ ਦਾ। ਜਦੋਂ ਪੂਰਬਲਾ ਕਰਮ ਕੋਈ ਜਾਗਦਾ
साध संगत महाराज जी का बचन है, पूर्व कर्म अंकर जब प्रगटे, अंकर का भाव बीज, भेटिओ पुरख रसक बैरागी। वेखिओ जिहड़ा तां अपने नाल जोड़दा है, अंध विश्वास वहमां भरमां विच पाउंदा, सानूं लुੱਟਣ तक जांदा है, ਉਹਨੂੰ ਤਾਂ महाराज ने संत ही नहीं आखिया, ਉਹਨੂੰ ठग लिखिया होया। पर जिहड़ा साधु संत गुरमुख भाई जान सेवक चौकीदार कूकर जिहड़ा गुरु की बाणी नाल जोड़ देवे ना, ਉਹਦੀ संगत बेझिझक होके करिया करो, ਉਹਦੇ कोल बैठो, ਉਹਦੀਆਂ विचारां सुनो, जिहड़ा गुरु की बाणी नाल जोड़ देवे। जदों कर्म जागदे ने ना, फिर साधु बांह फड़ के कह दिंदा, ਉਹ सिखा आ ਜਿਹੜੇ रस्ते ਪਿਆ ਇਹ तेरा रस्ता नहीं है, ਇਹ रस्ते आ जा ਜਿਹੜਾ गुरबाणी नाल जोड़दा है। ਉਹ फिर इउं जोड़ दिंदे ने रब दे प्यारे। जे भाग ना जागे होण ना, ब्रह्म ज्ञानी कोल दी लंघ जांदा, झाकदा भी नहीं। जे भाग जागे होण, महापुरख बांह तो फड़ के खड़ा लैंदे ने भी सिखा खड़ जा। दास हल वाह के आया सी, इशारे मात्र गल करदा, हल वाह के आया सी, मेरी 19 साल की उम्र सी उस वेले। जदों हल वाह के आया, साडे गुरुद्वारा साहब दे विच ना एक फक्कर साधु आया होया ते बैठा, मंजी दे उपर बैठा, ते मैनू भी मेरे पिता जी कहन लगे आ जाओ, कहंदे अपने खद्दर दा चोला पाया, खद्दर दा परना बन्निया, कहंदे गुरुद्वारा साहब ना कोई महापुरख आए हुए ने। मैनू नहीं सी पता भी महापुरख की हुंदे ने जां ओह रब दे प्यारे की हुंदे ने, नहीं, क्योंकि मैल है, शीशे ते कबर चढ़ जावे, हुण शीशा मूँह दिखाउंदा नहीं ना। तो चलो उन्हां दे कहण ते असीं चले गए। जदों गए जाके देखा दाखी, असीं भी नमस्कार कीती, पता नहीं सी भी रब दे प्यारिਆਂ नूं झुकण दा फल की हुंदा है, पता नहीं सी इस गल दा। चलो जदों उन्हां ने वेख लिया, चेहरा पढ़ लिया, क्योंकि जाणदे हुंदे ने, उन्हां कोल ताकत हुंदी है, अथॉरिटी हुंदी है, गुरु की बख्शिश हुंदी है उन्हां ते। मैनूं इक्को ही बचन कहा, कहंदे बीजिया कुछ, पहले ही बचन सी। तो मैं सोचा भी मैं हल वाह के आया, महापुरख पुछदे ने भी बीजिया कुछ। दास ने कहा नहीं जी, पिछली बारी नरमा मच गया सी, इस बारी सुक्की बाहुने आ, सुक्की बाह के फिर रौनी करांगे, फिर बीजांगे। हस पे, कहंदे कुछ नहीं बीजिया। मैं कहा जी नहीं बीजिया। कहंदे बीज लेना चाहिदा है। तो उन्हां दे नाल खड़ा सी जिहड़ा, वो कहंदा ये खेती की गल नहीं कर रहे महापुरख। मैं आख्या भी होर किहड़ी खेती हुंदी है? कहंदे नाम की खेती की गल करते हैं। आखो सतनाम श्री वाह। फिर एको ही गल काफ़ी सी गुरमुखो, बस सारी रात नींद नहीं आई। सवेरे जाके फिर आख्या महापुरखो वो किवें बीजींदा है? कहंदे मन हाली करसानी करनी, सरम पानी तन खेत। ते इउं जदों बाण मारिया ना, बस फिर रास्ता दिखाता। की कहंदे? ओ भैड़े मन नूं बना के हाली, आपां सारे बीजो बई नाम वाला बीज बीज लै, मन नूं बना के नाम वाला बीज बीज लै, मन नूं बना के हाली, नाम वाला बीज बीज लै, मन नूं बना के हाली, नाम वाला बीज बीज लै, मन नूं बना के हाली, नाम वाला बीज बीज लै, मन नूं बना के हाली, नाम वाला बीज बीज लै। कहंदे नाम वाला बीज बीज आ तां खेती बीज ली वढ़ ली, 6वें महीने वढ़ी जांदी है, चौथे महीने वढ़ लैने आ, ये तां करी चल। पर वो खेती बीज जिहदा फल तैनूं कदे मुक्के ही ना, फल ही ना कदे मुक्के। उद्यम करेंदे आ जियो तू कमावदे आ, सुख पुंच ध्यान दियां तू प्रभु मिल। हुण जिहड़ा उद्यम करना है वो आपां सारे करी जाने, बिना आखे करी जाने। प्यो नूं वेख के पुੱਤ सिख जांदा है, पुੱਤ नूं वेख के अगे उहदा पुੱਤ सिख जांदा है, मां नूं वेख के धी सिख जांदी है। कुछ भी सिखण दी लोड़ नहीं पैंदी, देख देख के सिख जाने आ। पर इक्को ही चीज़ नहीं आपां सिखदे, गुरु की बाणी, गुरु की महिमा। क्योंकि वो परिवार विच कोई जानदा नहीं हुंदा, सिखाउण वाला कोई हुंदा नहीं। किहनूं वेख के सिखण बच्चे? ना दादे ने सिक्ख्या,
ना प्यो ने सिक्ख्या, ना दादी ने सिक्ख्या, ना माँ ने सिक्ख्या। बच्चे किवें सिੱਖਣ? प्यो हल वाहुंदा सी, पुੱਤ सिੱਖ गया। प्यो ट्रैक्टर वाहुंदा सी, पुੱਤ सिੱਖ गया। कदे ड्राइवरी सिੱਖਣੀ पई अपने बच्चों ਨੂੰ? बस मेरा प्यो गेयर किवें पाउंदा, क्लच किवें नपदा, ब्रेकां किवें मारदा, रेस कित्थों दिंदा है, बस बच्चा वेख के सिੱਖ गया। हाँ, एक चीज़ बच्चे जरूर सिੱਖ गए गुरमुखो, प्यो शाम नूं मेज़ दे उपर जिहड़ी बोतल रखदा ना, नाल गलासी रखदा, वो बच्चे जरूर सिੱਖ गए, क्योंकि वो अपने घर विच है। वो प्यो नूं वेख के बच्चा सिੱਖ गया। फिर हुण हाड़े कढ़दे ने, कोई मेरे बच्चे दी छड़ा दो। हुण किवें छड्डू? तईं तां सिखाया। कदे गुरबाणी नहीं कहनी पैनी भी गुरबाणी छड़ा दो, नहीं, गुरबाणी सिखो। गुरबाणी फिर होर पढ़ो, होर पढ़ो। वो जदों असीं पढ़ांगे तो बच्चे आप ही सिख जाणगे। पढ़िया करो बाणी। तो भाई उत्थे फिर जदों कहा, कहंदे बीज लै ऐसा बाण मारिया, फिर ऐ पासे नूं जिंदगी चली, गुरु दीआं रहमतां हो गईयां। वो ब्रह्म ज्ञानी सिख जदों भाई आदम दे घर पहुंचा, थकेमा उतर गया। आ बाबा बैठ, सेवा करिए। ते साध संगत बैठ गया गुरसिख। भाई आदम ने सब तो पहला की काम किया? जिहड़ी सिक्ख्या लई हुई सी, बट्ठल हुंदे ना, बट्ठल तसला भी कह दिंदे आपां, घर वाली नूं कहना, भागवाने आ जा, विच दुनिया सेव कमाई है, रब दा प्यारा आया, बट्ठल लैके आ, निग्घा जल लैके आ, खद्दर दा परना लैके आ। ते बट्ठल दे विच चरण रखाए, अपने हत्थां नाल धोंदा है, आप धो के हत्थां नाल चरण साफ करदा। बाबा जी बैठो, प्रशादा पानी छकाया, कीर्तन सोहले दा पाठ होया। फिर आपसी विचार कर करके सौ जाते ने। गर्मी का महीना सी, जदों सौ जाते ने, भाई आदम नूं नींद ना आई, गर्मी ज़्यादा सी। ते घरवाली नूं कहंदा, भागवाने आपां सवेरे फिर उठना, मैं भी हल वाहुण जाना, तू भी काम करने ने घर दे। कहंदा थोड़ी सेवा बाकी है। वेख जदों आपां नूं नींद नहीं आई, रब दे प्यारे नूं किवें नींद आऊ? की करना है जी? कहंदा चल बाल्टी चुक, घड़ा चुक, आपां छप्पड़ तो पानी लैके आईए, छड़का करिए, पक्खा फेरी, पानी ढोवां, हर जन का पीसण पीस कमावां, नानक की प्रभ पास बेनंती, तेरे जन देखण पावां। छड़का कीता, फिर पै जांदे ने, पक्खा झलदे ने। सवेर हुंदी है, नितनेम हुंदा, इशनान पान हुंदा, सिमरन बंदगी होई। वो गुरसिख कहंदा भी तुसीं जिउंदे वसदे रहो, मैं जाना है गुरु जी पास, मैं चलिया। घर वाली बड़ी सियाणी सी, कहंदी इउं करो, गुरु दा सिख है, रोज़ रोज़ नहीं आउंदे, पता नहीं किवें कर्मा करके आए ने। आपां इउं करो, मैं हुणी प्रशादे बना दिन्नी आ, मक्खण हैगा, लस्सी हैगी, मैं परौंठे उतार दिन्नी आ। बाबा जी नूं कहो साडा निमाणिਆਂ दा प्रशादा छक के जाओ। आ वेखियो अज भाई साधु सिंह होरां ने किड्डा वड्डा जग कीता है। भावें आपां सारे प्रशादा पानी चाह पानी घरों छक के आउंदे आ, पर इत्थे गुरु की किरपा हुंदी है। वेखियो किन्ने प्यार नाल छकेगी संगत। ये जग हो जांदा, बड़ा पुन्न हुंदा है। लालसा हर एक दे अंदर हुंदी है भी मैं भी करावां, मैं भी करावां, पर जदों गुरु तरउठदा हुंदा उदों है, उस तों पहलां हुंदा नहीं। ये गुरु की खुशी का प्रगटावा हुंदा, प्रतीक हुंदा है। ते भाई फिर प्रशादा तैयार हो गया। जदों गुरु के सिख ने अरदास पहलां भी छकण तो ते छक के कीती, ते फिर कहंदे अरदास करन तो बाद हत्थ सुक्के करन लगे, परना देता। पति पत्नी दोनों खड़े ने, भाई आदम ते उहदे घर वाली। 50-55 साल की उम्र हो गई सी इन्हां दी इस वेले। ते जदों खड़े ने, वो ब्रह्म ज्ञानी गुरसिख की कहण लग्या, कहंदा बाबा भाई साहब मैं तैनूं एक गल पुछदा। कहंदा जी दसो। कहंदा मैं शाम दा ही वेखदा, ना तां घर दे विच कोई बजुर्ग है तुहाडे, दुख दी रग नूं हत्थ पा लिया, भला करना सी ना, सेवा दा फल देना सी। हुण बहुत खुशी नाल सेवा कीती सी भाई आदम ने। एवें नहीं त्रुटदे हुंदे रब दे प्यारे, वो भावना वेखदे ने भी की भावना है। ते कहंदे ना ही कोई विहड़े दे विच कोई बच्चा खेडदा है, दोनों ही फुट फुट के रोण लग पे, क्योंकि दुख दी रग नूं हत्थ पा लिया। कोई बच्चा, छोटा बच्चा भी नहीं, कोई बजुर्ग भी नहीं, ते ज़्यादातर बीबी ज़्यादा रोण लग गई। वो कहंदा रब तुहाडा भला करे, की गल है, मैनूं गल दसो। रोना दुख दा हल नहीं हुंदा। कहंदे जी माता पिता तां पिछले समयां दे विच अपने घर नूं मुड़ गए, सचखंड चले गए। बच्चे की जिथों तक गल है 21-22 साल हो गए विआह नूं, बच्चा है नहीं। कहंदे किते गए नहीं, कहंदे दुनिया का कोई थां छड्डे ही नहीं। वो गुरसिख कहंदा भी
सारे थावां ते जा लए? कहंदे हाँ। कहंदे गुरु नानक देव साहब दे घर भी गए हो? कहंदे जी हुण मन बुझ गया भी हुण कित्थे, हुण बुढ़े होए रुखां नूं फल नहीं लगदे, भी हुण थोड़ा जिहा ना मन उदास हो गया, उत्थे तां नहीं गए। कहंदे फिर मेरे आखियां गुरु नानक देव साहब दे दर ते चलो। कहंदे नहीं जी असीं तां नहीं जाना, सब यही कहंदा भी उत्थों मिल जू उत्थों मिल जू। ते कहंदे गुरु नानक देव साहब दे दर तो झोली खाली नहीं रहिंदी गुरसिखो, मैथों लिखती रूप दे विच लै लो। कहंदे मैं लिख के दिना तुहाडे घर लाल खेडेगा। कहंदे जी ठीक है चलो वेख लैने आ। उन्हां दे कहण ते मन गए। ते कहंदे जाना कित्थे पैना है? कहंदे श्री अमृतसर साहब गुरु रामदास महाराज जी इस वेले चौथे गुरु नानक ने। गुरु रामदास साहब महाराज की हजूरी विच लैके चलांगा तुहानूं। ते प्यार वालिओ करके अरदासां बेनतियां घर नूं जिंदा लाता। ते अगे जो उन्हां दे आले दाले जो आला कोट जिन्हों आपां बोलदे आ, झाड़ियां ला के इस तरह आपां अगे वाड़ा करदे हुंदे घरां नूं, इस तरह दा सी माहौल उस वेले। ते वो सारा कुछ बंद करके गुरसिख दे नाल श्री अमृतसर साहब नूं चाले पा दिते दोनों जणियां ने। अमृतसर साहब पहुँच गए। अगे गुरु रामदास महाराज जी संगत दे विच इउं संघासन ते सुभाएमान दर्शन बख्श रहे ने। इन्हां ने कदे दर्शन नहीं सी कीते गुरु साहब दे, सतसंग नहीं सी कीती बहुती, पर जन्मां जन्मां दी कमाई सी इन्हां दे कोल। ओ पूर्वले कर्म जाग पे इस वेले। जदों इन्हां ने पहली बार दर्शन कीते ना, जाके चरनां ते नमस्कार कीती दोनों जणों ने, पति पत्नी ने, अंदर एक हुलारा आया। मानो जन्मां दी मैल उतार दिती पातशाह दी अमृत दृष्टि ने। ਇਹਦੇ ਮੂੰਹੋਂ ਆਪਣੇ आप निकलिया, क्योंकि गुरसिख रस्ते विच शोभा करता गया गुरु रामदास महाराज दी, गुरु नानक देव साहब के घर की वडियाई करता गया। इन्हें जिमें जिमें सुनिया सी ओमी जाके जदों दर्शन किए ना, नमस्कार करके उठे दोनों जने खड़े हुए हाथ जोड़ के। इन्हां दे मुखों अपने आप आ बचन निकल के, किहड़े? तुद डिठे सच्चे पातशाह, तुद डिठे सच्चे पातशाह, सच्चे पातशाह, डिठे सच्चे पातशाह, डिठे सच्चे पातशाह, डिठे सच्चे पातशाह, तुद 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 डिठे सच्चे पातशाह। माल जन्म जन्म दी कटिया, तुद डिठे सच्चे पातशाह, तुद डिठे सच्चे पातशाह। माल जन्म जन्म दी कटिया, तुद डिठे सच्चे पातशाह, तुद डिठे सच्चे पातशाह। माल जन्म जन्म दी कटिया, डिठे सच्चे पातशाह, तुद डिठे सच्चे पातशाह। तुद डिठे सच्चे पातशाह, तुद डिठे सच्चे पातशाह, तुद डिठे सच्चे पातशाह, तुद डिठे सच्चे पातशाह, डिठे सच्चे पातशाह, तुद डिठे सच्चे पातशाह। की वेख्या? एक हुलारा आया जिंदगी दे विच, एक नवां जिहा जीवन मिलिया। होवे सिफत खसम दी, नूर अरसों कुरसों झट्टी है। तुद डिठे सच्चे पातशाह, मल जन्म जन्म दी कट्टी है। अंतरजामी सतगुर जी वो ब्रह्म ज्ञानी गुरसिख तो सारी सुख सांद पुछ के भाई पत्रका दे आया। हाँ महाराज ये कौन ने? सच्चे पातशाह रात मैं बिंजू पिंड दे विच मैनू रात पैगी। ये गृहस्थी जोड़ा हैगा, वधिया सोहना इन्हां दा कारोबार है, पर सच्चे पातशाह कुख नूं भाग नहीं लग्या। 21-22 साल हो गए, सतगुरां ने अगली गल ही नहीं पुछी। वो गुरसिख नूं कहंदे जाओ इन्हां नूं आखो भी ये जिहड़ा आदम है ना, ये तां लकड़ां लैके आवे लंगरां वास्ते,
ਲੱਕੜਾਂ ਦੀ ਸੇਵਾ ਕਰੇ ਤੇ ਬਰਤਨ ਮਾਂਜਣ ਦੀ ਸੇਵਾ ਕਰੇ। ਇਹ ਜਿਹੜੀ ਇਹਦੇ ਘਰੋਂ ਬੀਬੀ ਹੈ ਨਾ, ਇਹ ਆਪਣਾ ਪ੍ਰਸ਼ਾਦੇ ਪਕਾਵੇ, ਲੰਗਰ ਦੇ ਵਿੱਚ ਪ੍ਰਸ਼ਾਦੇ ਪਕਾਵੇ। ਤੇ ਵੇਖਿਓ ਕਸਵੱਟੀ ਸੇਵਾ, ਜਿੱਡੀ ਵੱਡੀ ਦਾਤ ਓਡੀ ਵੱਡੀ ਕਸਵੱਟੀ ਗੁਰੂ ਦੇ ਘਰੋਂ ਲੱਗਦੀ ਹੈ। ਤੇ ਭਾਈ ਕਹਿੰਦੇ ਇਹਨਾਂ ਨੂੰ ਇਉਂ ਆਖਿਓ, ਜਿੰਨਾ ਚਿਰ ਅਸੀਂ ਬੁਲਾਈਏ ਨਾ ਸਾਡੇ ਪਾਸ ਨਹੀਂ ਆਉਣਾ, ਅਸੀਂ ਜਦੋਂ ਬੁਲਾਵਾਂਗੇ ਉਦੋਂ ਆ ਜਾਣ, ਨਹੀਂ ਲੰਗਰ ਵਿੱਚ ਸੇਵਾ ਕਰੀ ਜਾਣ। ਇਤਿਹਾਸ ਬੜਾ ਲੰਮਾ ਹੈ। ਭਾਈ ਆਦਮ ਦੀ ਐਸੀ ਮਹਾਨ ਕਠਿਨ ਤਪੱਸਿਆ, ਕਠਿਨ ਸੇਵਾ, ਸਾਰਾ ਕੁਝ ਗੁਰੂ ਨੂੰ ਹੀ ਸੌਂਪ ਦਿੱਤਾ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਭਾਈ ਹੈ। ਹੁਕਮੀ ਬੰਦਾ ਬਣ ਗਿਆ। ਨਿਤਨੇਮ ਸੇਵਾ ਸਿਮਰਨ ਤੇ ਇਹਦਾ ਜਿਹੜਾ 10ਵਾਂ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ, ਤੇ ਗੁਰਮੁਖੋ ਗੁਰੂ ਦੀ ਕਿਰਪਾ ਨਾਲ ਇਹਨੂੰ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋ ਗਈ। ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋਈ। ਹਰ ਵੇਲੇ ਜੂਠੇ ਬਰਤਨ ਮਾਂਜਦਾ, ਲੰਗਰ ਵਾਸਤੇ ਲੱਕੜਾਂ ਲੈ ਕੇ ਆਉਂਦਾ, ਤੇ ਆਖਰ ਇੱਕ ਭਰੀ ਲੱਕੜਾਂ ਦੀ ਸੁੱਕੀਆਂ ਦੀ ਲੰਗਰ ਵਿੱਚ ਪਾ ਦਿੰਦਾ, ਤੇ ਇੱਕ ਆਪਣੇ ਜਿੱਥੇ ਇਹਦੀ ਰਿਹਾਇਸ਼ ਹੈ ਬਰਾਂਡੇ ਦੇ ਵਿੱਚ ਰੱਖ ਲੈਂਦਾ। ਵੱਡਾ ਢੇਰ ਸੁੱਕੀਆਂ ਲੱਕੜਾਂ ਦਾ ਲੱਗ ਗਿਆ। ਤੇ ਸਾਧ ਸੰਗਤ ਸਮਾਂ ਲੰਘਦਾ ਗਿਆ। ਇਹਨੂੰ ਫਿਰ ਭਾਈ ਆਦਮ ਤੋਂ ਬਦਲ ਕੇ ਸਤਕਾਰ ਹੋ ਗਿਆ। ਸੰਗਤਾਂ ਵਿੱਚ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਾਣ, ਬਾਬਾ ਆਦਮ ਜੀ ਕਹਿ ਕੇ ਸੰਗਤਾਂ ਬਣਾਉਣ ਲੱਗ ਗਈਆਂ। ਇਹ ਤਾਂ ਬਾਬਾ ਜੀ ਨੇ, ਬਾਬਾ ਆਦਮ ਜੀ, ਲੰਮਾ ਲੰਮਾ ਦਾੜਾ। ਇੱਕ ਦਿਨ ਕਹਿੰਦੇ ਸਿਆਲ ਦਾ ਮਹੀਨਾ ਸੀ, ਸਰਦੀ ਦੀ ਰੁੱਤ ਸੀ, ਤੇ ਉੱਥੇ ਕਹਿੰਦੇ ਸ਼ਾਮ ਦਾ ਲੰਗਰ ਜਿਹੜਾ ਸੀ ਝੜੀ ਲੱਗ ਗਈ, ਸਾਰਾ ਬਾਲਣ ਭਿੱਜ ਗਿਆ। ਸੰਗਤਾਂ ਟੈਂਟਾਂ ਤੰਬੂਆਂ ਦੇ ਵਿੱਚ, ਬੱਚੇ ਠਰ ਠਰ ਕੰਬਦੇ ਨੇ ਠੰਡ ਨਾਲ, ਬਜ਼ੁਰਗ ਕੰਬ ਰਹੇ ਨੇ, ਪੇਟ ਤੋਂ ਭੁੱਖੇ ਨੇ। ਤੇ ਉੱਥੇ ਫਿਰ ਬਾਬਾ ਆਦਮ ਜੀ ਨੇ ਆਪਣੇ ਘਰ ਵਾਲੀ ਨੂੰ ਆਖਿਆ, ਇਉਂ ਕਰ ਭਾਗਵਾਨੇ, ਸੇਵਾ ਦਾ ਮੌਕਾ ਹੈ, ਆ ਜਿਹੜੀ ਸੁੱਕੀ ਲੱਕੜ ਪਈ ਆ ਨਾ, ਰਾਤ ਦੇ ਵੇਲੇ ਦੋਨੋਂ ਜਣੇ ਚੁੱਕ ਚੁੱਕ ਕੇ ਸੁੱਕੀਆਂ ਲੱਕੜਾਂ ਲੰਗਰ ਵਿੱਚ ਲੈ ਕੇ ਲਾਂਗਰੀਆਂ ਨੂੰ ਜਗਾਇਆ। ਤੇ ਇੱਕ ਇੱਕ ਲੱਕੜਾਂ ਦੀ ਭਰੀ ਸਾਰੇ ਤੰਬੂਆਂ ਅੱਗੇ। ਗੁਰੂ ਜਦੋਂ ਕਿਰਪਾ ਕਰਦਾ, ਜਦੋਂ ਬਖਸ਼ਦਾ ਨਾ ਆਪਣੇ ਸੇਵਕ ਨੂੰ, ਸਾਰੇ ਰਸਤੇ ਆਪ ਹੀ ਖੋਲ੍ਹ ਦਿੰਦਾ। ਸਾਰੇ ਅੱਗ ਮਚਾ ਦਿੱਤੀ। ਤੇ ਜਦੋਂ ਸਰਦੀ ਲੱਗਦੀ ਹੋਵੇ, ਆਪਾਂ ਕੰਬ ਰਹੀਏ ਹੋਈਏ, ਸੇਕਣ ਨੂੰ ਮਿਲ ਜੇ ਅੱਗ। ਇੱਧਰੋਂ ਹੋ ਗਿਆ ਭੋਜਨ ਤਿਆਰ। ਜਿੱਥੇ ਜਿੱਥੇ ਸੰਗਤਾਂ ਬੈਠੀਆਂ ਸੀ ਲਾਂਗਰੀਆਂ ਨੇ ਉੱਥੇ ਉੱਥੇ ਲੰਗਰ ਪਹੁੰਚਾਤਾ। ਨਾਲੇ ਸੇਕੀ ਗਏ ਤੇ ਨਾਲੇ ਲੰਗਰ ਛਕੀ ਗਏ, ਤੇ ਨਾਲੇ ਕਹਿੰਦੇ ਧੰਨ ਬਾਬਾ ਆਦਮ, ਤੇਰੀ ਮਹਾਨ ਸੇਵਾ। ਜਦੋਂ ਅੰਦਰੋਂ ਅਸੀਸ ਮਿਲ ਜਾਵੇ ਤੇ ਗੁਰੂ ਪਹਿਲਾਂ ਪ੍ਰਸੰਨ ਹੋ ਜਾਂਦਾ ਹੈ। ਬਸ ਸਤਿਗੁਰੂ ਜੀ ਅੰਮ੍ਰਿਤ ਵੇਲੇ ਜਾਗੇ। ਭਾਈ ਇਹ ਪ੍ਰਕਾਸ਼ ਮਹਾਰਾਜ, ਉਹ ਬਾਬਾ ਆਦਮ ਜੀ, ਰਾਤ ਤਾਂ ਸੰਗਤਾਂ ਭੁੱਖੀਆਂ ਪੈ ਗਈਆਂ ਸੀ, ਠੰਡ ਨਾਲ ਕੰਬ ਰਹੀਆਂ ਸੀ, ਉਹਨਾਂ ਦੋਨਾਂ ਜਣਿਆਂ ਨੇ ਸੇਵਾ ਕੀਤੀ ਹੈ। ਕੱਲ੍ਹ ਨੂੰ ਬੁਲਾਓ ਭਾਈ ਸਾਡੇ ਕੋਲੇ। ਅੰਮ੍ਰਿਤ ਵੇਲਾ ਹੋਇਆ, ਪਾਤਸ਼ਾਹ ਦਾ ਦਰਬਾਰ ਸਜ ਗਿਆ। ਇੱਕ ਸਿੱਖ ਭੱਜਿਆ ਆਇਆ, ਬਾਬਾ ਤੈਨੂੰ ਗੁਰੂ ਜੀ ਨੇ ਬੁਲਾਇਆ। ਤੇ ਕਹਿੰਦਾ ਠੀਕ ਹੈ ਮੈਂ ਆਉਣਾ। ਭਾਂਡੇ ਮਾਂਜ ਰਿਹਾ ਸੀ, ਓਮੀ ਹੱਥ ਵਿੱਚ ਲੀਰ ਹੈ, ਉਸੇ ਤਰ੍ਹਾਂ ਹੀ ਭੱਜ ਲਿਆ, ਮੈਨੂੰ ਗੁਰੂ ਨੇ ਯਾਦ ਕੀਤਾ। ਇੰਨਾ ਪਿਆਰ। ਅੱਗੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸ਼ੁਭਾਏਮਾਨ ਚਰਨਾਂ ਤੇ ਮੱਥਾ ਟੇਕਿਆ। ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਸਿੱਖਾ ਤੂੰ ਨਿਹਾਲ, ਤੂੰ ਨਿਹਾਲ, ਤੇਰੀ ਸੇਵਾ ਥਾਂ ਪੈਗੀ। ਆ ਅਸੀਂ ਪੂਰੀ ਸੰਗਤ ਵਿੱਚ ਕਹਿੰਦੇ ਹਾਂ, ਜਿਹੜੀ ਭਾਵਨਾ ਲੈ ਕੇ ਆਏ ਹੈ ਉਹ ਮੰਗ ਲੈ, ਉਹ ਮੰਗ ਲੈ। ਸੱਜੇ ਵੇਖਿਆ ਖੱਬੇ ਵੇਖਿਆ, ਬ੍ਰਹਮ ਗਿਆਨ ਦੀ ਦਾਤ। ਕਹਿੰਦੇ ਹੁਣ ਗੁਰੂ ਨੂੰ ਜਦੋਂ ਸਭ ਕੁਝ ਸੌਂਪ ਦਿੱਤਾ, ਗੁਰੂ ਹੀ ਮਾਲਕ ਹੈ, ਹੁਣ ਮੰਗਣਾ ਕੀ ਬਾਕੀ ਰਹਿ ਗਿਆ। ਕਹਿੰਦਾ ਨਹੀਂ ਮਹਾਰਾਜ, ਸਾਰੀਆਂ ਇੱਛਾ ਪੂਰੀਆਂ ਨੇ। ਕਹਿੰਦੇ ਨਹੀਂ ਬਾਬਾ, ਤੈਨੂੰ ਅੱਜ ਦਾ ਦਿਨ ਤੇ ਰਾਤ ਦਿੱਤੀ, ਕੱਲ੍ਹ ਨੂੰ ਇਸ ਵੇਲੇ ਤੱਕ ਵਿਚਾਰ ਕਰ ਲਓ, ਜੋ ਮੰਗਣਾ ਉਹ ਮੰਗ ਲਓ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਘਰ ਵਾਲੀ ਨੇ ਪੁੱਛਿਆ, ਸਤਿਗੁਰਾਂ ਨੇ ਯਾਦ ਕੀਤਾ? ਕਹਿੰਦੇ ਭਾਗਵਾਨੇ ਹਾਂ। ਕੀ ਕਹਿੰਦੇ ਸੀ ਮਹਾਰਾਜ? ਕਹਿੰਦੇ ਇਉਂ ਕਹਿੰਦੇ ਸੀ ਵੀ ਜੋ ਮੰਗਣਾ ਉਹ ਮੰਗ ਲਓ। ਫਿਰ ਵੇਖੋ ਮਾਂ ਦੀ ਮਮਤਾ। ਕਹਿੰਦੇ ਫਿਰ ਤੁਸੀਂ ਪੁੱਤ ਮੰਗਿਆ? ਕਹਿੰਦੇ ਨਹੀਂ ਭਾਗਵਾਨੇ, ਮੈਂ ਤਾਂ ਮੰਗਿਆ ਨਹੀਂ। ਕਿਉਂਕਿ ਦੁਨੀਆਦਾਰ ਲੋਕ, ਸਮਾਜ ਕਹਿੰਦਾ, ਕੀ ਕਹਿੰਦਾ? ਮਾਮਾ ਭਾਵੇਂ ਹੋਵਣ ਪਰੀਆਂ, ਮਾਮਾ ਭਾਵੇਂ ਹੋਵਣ ਪਰੀਆਂ, ਮਾਮਾ ਭਾਵੇਂ ਹੋਵਣ ਪਰੀਆਂ, ਮਾਮਾ ਭਾਵੇਂ ਹੋਵਣ ਪਰੀਆਂ। ਪਹਿਨਣ ਪੱਟ ਹੰਡਾਵਣ ਜਰੀਆਂ, ਪਹਿਨਣ ਪੱਟ ਹੰਡਾਵਣ ਜਰੀਆਂ, ਪਹਿਨਣ ਪੱਟ ਹੰਡਾਵਣ ਜਰੀਆਂ, ਪਹਿਨਣ ਪੱਟ ਹੰਡਾਵਣ ਜਰੀਆਂ। ਉਹ ਪੂਰਾ ਕਦੇ ਸ਼ਿੰਗਾਰ ਨਾ ਹੋਵੇ, ਗਲ ਲਾਲਾਂ ਦਾ ਹਾਰ ਨਾ ਹੋਵੇ। ਪੂਰਾ ਕਦੇ ਸ਼ਿੰਗਾਰ ਨਾ ਹੋਵੇ, ਗਲ ਲਾਲਾਂ ਦਾ ਹਾਰ ਨਾ ਹੋਵੇ। ਪੂਰਾ ਕਦੇ ਸ਼ਿੰਗਾਰ
ਨਾ ਹੋਵੇ, ਗਲ ਲਾਲਾਂ ਦਾ ਹਾਰ ਨਾ ਹੋਵੇ। ਪੂਰਾ ਕਦੇ ਸ਼ਿੰਗਾਰ ਨਾ ਹੋਵੇ, ਗਲ ਲਾਲਾਂ ਦਾ ਹਾਰ ਨਾ ਹੋਵੇ। ਮਾਮਾ ਭਾਵੇਂ ਹੋਵਣ ਪਰੀਆਂ, ਮਾਮਾ ਭਾਵੇਂ ਹੋਵਣ ਪਰੀਆਂ, ਮਾਮਾ ਭਾਵੇਂ ਹੋਵਣ ਪਰੀਆਂ, ਮਾਮਾ ਭਾਵੇਂ ਹੋਵਣ ਪਰੀਆਂ। ਕਿਵੇਂ ਸ਼ਿੰਗਾਰ ਸੋਭ ਸਕਦਾ ਹੈ ਜੇ ਪੁੱਤ ਵਾਲਾ ਜਾਂ ਧੀ ਵਾਲਾ ਸ਼ਿੰਗਾਰ ਗੋਦੀ 'ਚ ਨਾ ਹੋਵੇ? ਸਾਰੇ ਸ਼ਿੰਗਾਰ ਫਿੱਕੇ ਪੈ ਜਾਂਦੇ ਨੇ। ਪੁੱਤ ਮੰਗਿਆ, ਕਹਿੰਦੇ ਨਹੀਂ ਭਾਗਵਾਨੇ, ਗੁਰੂ ਨੇ ਲੁਕੋਇਆ ਕੀ ਹੈ ਜਦੋਂ ਦਾਤ ਹੀ ਵੱਡੀ ਬਖਸ਼ ਦਿੱਤੀ ਨਾਮ ਦੀ। ਕਹਿੰਦੇ ਨਹੀਂ, ਜਦੋਂ ਗੁਰੂ ਜੀ ਨੇ ਆਖਿਆ ਮੰਗ ਲੈਣਾ ਸੀ, ਕਹਿੰਦੇ ਕੱਲ੍ਹ ਨੂੰ ਫਿਰ ਬੁਲਾਇਆ। ਕਹਿੰਦੇ ਫਿਰ ਮੈਂ ਜਾਊਂਗੀ, ਮੈਂ ਮੰਗੂੰਗੀ ਗੁਰੂ ਕੋਲੋਂ। ਸਾਧ ਸੰਗਤ ਅਗਲਾ ਦਿਨ ਆਇਆ, ਚਲੇ ਗਏ। ਮਹਾਰਾਜ ਜੀ ਕਹਿੰਦੇ ਬਾਬਾ ਜੀ ਕੋਈ ਬਣਿਆ ਮਨ ਮੰਗਣ ਦਾ? ਕਹਿੰਦੇ ਨਹੀਂ ਮਹਾਰਾਜ, ਆਪ ਜੀ ਦਾ ਦਿੱਤਾ ਸਭ ਕੁਛ ਹੈ। ਮਾਤਾ ਜੀ ਅੱਗੇ ਹੋ ਗਏ, ਕਹਿੰਦੇ ਮਹਾਰਾਜ ਮੈਂ ਮੰਗ ਲਾਂ? ਕਹਿੰਦੇ ਤੁਸੀਂ ਮੰਗ ਲਓ। ਕਹਿੰਦੇ ਸੱਚੇ ਪਾਤਸ਼ਾਹ ਫਿਰ ਪੁੱਤ ਦੀ ਦਾਤ ਝੋਲੀ ਪਾ ਦਿਓ। ਮਹਾਰਾਜ ਜੀ ਕਹਿੰਦੇ 7 ਜਨਮ ਨਹੀਂ ਤੇਰੇ ਕਰਮਾਂ 'ਚ, 7 ਜਨਮ ਹੋਰ ਮੰਗ ਲੈ ਕੁਛ, ਪੁੱਤ ਤਾਂ ਤੇਰੇ ਕਰਮਾਂ 'ਚ 7 ਜਨਮ ਨਹੀਂ। ਉਦਾਸ ਹੋ ਗਈ। ਬਾਬਾ ਆਦਮ ਜੀ ਕਹਿੰਦੇ ਸੱਚੇ ਪਾਤਸ਼ਾਹ ਬਚਨ ਦਿੱਤਾ ਹੈ, ਆਪ ਜੀ ਦਾ ਬਚਨ ਹੈ, ਜੋ ਮੰਗਣਾ ਮੰਗੋ। ਮਹਾਰਾਜ ਚਲੋ ਇਹਨੂੰ ਲਾਲਸ ਹੈ ਪੁੱਤ ਦੀ। ਕਹਿੰਦੇ ਅੱਛਾ ਬਾਬਾ ਜੀ? ਕਹਿੰਦੇ ਹਾਂ। ਮਹਾਰਾਜ ਜੀ ਕਹਿੰਦੇ ਨਾ ਤੁਹਾਡੇ ਕਰਮਾਂ 'ਚ ਤਾਂ ਨਹੀਂ ਸੀ 7 ਜਨਮ, ਪਰ ਕਹਿੰਦੇ ਸਾਡੇ ਘਰ 3 ਸਾਹਿਬਜ਼ਾਦੇ ਆ ਗਏ। ਬਾਬਾ ਪਿਰਥੀ ਚੰਦ ਜੀ, ਬਾਬਾ ਮਹਾਦੇਵ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, 3 ਸਾਹਿਬਜ਼ਾਦੇ ਆ ਗਏ। ਕਹਿੰਦੇ ਪੂਰੀ ਸੰਗਤ ਵਿੱਚ ਦੱਸਦੇ ਆ, ਚੌਥੇ ਸਾਹਿਬਜ਼ਾਦੇ ਨੇ ਆਉਣਾ ਸੀ ਤੇ ਚੌਥਾ ਸਾਹਿਬਜ਼ਾਦਾ ਤੁਹਾਡੀ ਝੋਲੀ ਪਾਉਨੇ ਆ, ਤੁਹਾਡੀ ਝੋਲੀ ਪਾਉਨੇ ਆ ਚੌਥਾ ਸਾਹਿਬਜ਼ਾਦਾ। ਤੇ ਬ੍ਰਹਮ ਗਿਆਨੀ ਹੋਵੇਗਾ, ਬ੍ਰਹਮ ਗਿਆਨੀ ਹੋਵੇਗਾ। ਹਾਂ, ਤੇ ਕਹਿੰਦੇ ਨਾਮ ਰੱਖਿਆ ਸੀ ਮਹਾਰਾਜ ਨੇ, ਉੱਥੇ ਹੀ ਨਾਮ ਰੱਖ ਦਿੱਤਾ ਸੀ। ਕਹਿੰਦੇ ਪੁੱਤ ਦਾ ਨਾਮ ਰੱਖਿਓ ਭਾਈ ਭਗਤੂ, ਭਾਈ ਭਗਤਾ ਨਾਮ ਰੱਖਣਾ, ਕਰਨੀਆਂ ਕਮਾਈਆਂ ਵਾਲਾ ਹੋਵੇਗਾ। ਫਿਰ ਸਤਿਗੁਰਾਂ ਦੀ ਕਿਰਪਾ ਹੋਈ। ਕਹਿੰਦੇ ਹੁਣ ਤੁਹਾਡੀ ਸੇਵਾ ਪੈਗੀ ਥਾਂ, ਹੁਣ ਤੁਸੀਂ ਸਿੱਖੀ ਦੇ ਪ੍ਰਚਾਰਕ ਬਣ ਗਏ। ਆਪ ਜੁੜੋ ਤੇ ਹੋਰਾਂ ਨੂੰ ਜੋੜੋ, ਤੇ ਤੁਹਾਡੇ ਘਰ ਆਉਣਾ ਪੁੱਤਰ। ਤੇ ਫਿਰ ਉਹ ਸਮਾਂ ਆਇਆ, ਆਪਣੇ ਘਰ ਆ ਗਏ। ਜਿਹੜੇ ਘਰ ਨੂੰ ਜਿੰਦੇ ਲਾ ਕੇ ਗਏ ਸੀ ਨਾ, ਮਹਾਰਾਜ ਨੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਬਖਸ਼ ਦਿੱਤੀਆਂ। ਤੇ ਆ ਕੇ ਫਿਰ ਉਸ ਘਰ ਨੂੰ ਰੰਗ ਭਾਗ ਲੱਗੇ। ਤੇ ਪਿਆਰਿਓ ਗੁਰੂ ਦਾ ਸ਼ੁਕਰਾਨਾ ਇਉਂ ਗੁਰਸਿੱਖ ਕਰਦਾ ਹੈ। ਸੋ ਅੱਜ ਸਮੁੱਚਾ ਪਰਿਵਾਰ ਜੋ ਕਿ ਰਤਨਪਾਲ ਪਰਿਵਾਰ ਹੈ, ਜਿਹਦੇ ਵਿੱਚ ਪੜ੍ਹਨਾ, ਤੁਸੀਂ ਸ਼ਬਦ ਪੜ੍ਹਨਾ? ਅੱਛਾ, ਸੋ ਆਓ ਫਿਰ ਮੈਂ ਬਾਅਦ ਵਿੱਚ ਹੀ ਕਰ ਦਿਆਂਗਾ, ਜਾਂ ਫਿਰ ਤੁਸੀਂ ਆਨੰਦ ਸਾਹਿਬ ਪੜ੍ਹ ਦਿਓ, ਮੈਂ ਆਪਣੇ ਵੱਲੋਂ ਸਮਾਪਤੀ ਕਰ ਦਿੰਦਾ। ਤਾਂ ਅੱਜ ਸਰਦਾਰ ਸਾਧੂ ਸਿੰਘ ਜੀ, ਉਹ ਰਿਕਾਰਡਿੰਗ ਬੰਦ ਕਰ, ਤੇ ਇਹਨਾਂ ਦੇ ਘਰੋਂ ਬੀਬਾ ਸੁਖਵਿੰਦਰ ਕੌਰ ਜੀ ਪੂਰਨ ਮਾਜਰੇ ਵਾਲੇ, ਇਹ ਵੱਡੇ ਭਾਗਾਂ ਵਾਲਾ ਪਰਿਵਾਰ ਹੈ। ਬੜੀ ਬਖਸ਼ਿਸ਼ ਮਹਾਰਾਜ ਦੀ ਬੜੀ ਕਿਰਪਾ ਹੋਈ। ਇਹਨਾਂ ਭਾਈ ਗੁਰਦੀਪ ਸਿੰਘ, ਇਹਨਾਂ ਦੀ ਨੂੰਹ ਰਾਣੀ ਨਰਿੰਦਰ ਕੌਰ ਜੋ ਲੁਧਿਆਣੇ